ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਦੇਖ ਰਹੇ ਸਾਡੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਜੀ ਆਇਆਂ ਨੂੰ ਸਵਾਗਤ ਹੈ ਪ੍ਰੋਗਰਾਮ ਅਪਡੇਟ ਫਾਰਮਿੰਗ ਦੇ ਵਿੱਚ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਮੇਰੇ ਨਾਲ ਇਸ ਮੌਕੇ ਅਰਸ਼ਦੀਪ ਸਿੰਘ ਪੰਜਾਬੀ ਅਮਰੀਕਨ ਗਰੋਵਰਸ ਗਰੁੱਪ ਤੋਂ। ਅਰਸ਼ਦੀਪ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਵਾਗਤ ਹੈ। ਹਾਂਜੀ ਰਾਜਕਨ ਜੀ ਸਤਿ ਸ੍ਰੀ ਅਕਾਲ ਤੇ ਸਾਰੇ ਸੁਣਨ ਤੇ ਦੇਖਣ ਵਾਲੇ ਸਰੋਤਿਆਂ ਲਈ ਸਤਿ ਸ੍ਰੀ ਅਕਾਲ। ਅਪਡੇਟ ਫਾਰਮਿੰਗ ਦੇ ਵਿੱਚ ਗੱਲਬਾਤ ਆਪਣੀ ਜਿਹੜੀ ਉਹ ਕਰੀਦੀ ਆ ਕਿ ਕੁਛ ਇੱਕ ਤਾਂ ਜਿਹੜੇ ਖੇਤੀ ਦੇ ਰੁਝੇਵੇਂ ਜੋ ਚੱਲ ਰਹੇ ਆ ਉਸ ਨੂੰ ਜਿਹੜਾ ਉਹ ਲੈ ਕੇ ਖੇਤੀਬਾੜੀ ਦਾ ਜਿਹੜਾ ਸਕੋਪ ਆ ਉਹ ਵੱਡੇ ਪੱਧਰ ਦੇ ਉੱਤੇ ਚੇਂਜ ਹੋ ਰਿਹਾ, ਉਸ ਦੇ ਵਿੱਚ ਤਬਦੀਲੀਆਂ ਆ ਰਹੀਆਂ। ਫੰਡਿੰਗਸ ਨੂੰ ਜਿਹੜਾ ਉਹ ਲੈ ਕੇ ਇਨਪੁਟ ਕਾਸਟ ਇੱਕ ਬਹੁਤ ਵੱਡਾ ਇੱਕ ਕਾਰਨ ਜਿਹੜੀ ਉਹ ਬਣ ਰਹੀ ਹੈ, ਜਿਹਦੇ ਕਰਕੇ ਜਿਹੜੇ ਸਮਾਲ ਫਾਰਮਸ ਆ, ਫੈਮਿਲੀ ਫਾਰਮਸ ਆ, ਉਹਨਾਂ ਨੂੰ ਕਿਤੇ ਨਾ ਕਿਤੇ ਖਤਰਾ ਬਣਿਆ ਪਿਆ ਆ। ਸੋ ਉਹਨਾਂ ਇਨਪੁਟ ਕਾਸਟ ਦੇ ਉੱਤੇ ਕਿੱਦਾਂ ਆਪਾਂ ਕਾਬੂ ਪਾ ਸਕਦੇ ਹਾਂ, ਕਿਵੇਂ ਉਸ ਨੂੰ ਕੰਟਰੋਲ ਕੀਤਾ ਜਾ ਸਕਦਾ ਆ, ਅੱਜ ਦੇ ਪ੍ਰੋਗਰਾਮ ਦੇ ਵਿੱਚ ਵਿਸ਼ੇਸ਼ ਤੌਰ ਦੇ ਉੱਤੇ ਉਸ ਦੇ ਉੱਤੇ ਜਿਹੜੀ ਚਰਚਾ ਆ ਉਹ ਆਪਾਂ ਜਿਹੜੀ ਉਹ ਕਰਾਂਗੇ। ਅਰਸ਼ਦੀਪ ਸਿੰਘ, ਅਕਸਰ ਆਪਾਂ ਇਹ ਗੱਲ ਕਰਦੇ ਇਸ ਪ੍ਰੋਗਰਾਮ ਦੇ ਜ਼ਰੀਏ ਵੀ ਇਨਪੁਟ ਕਾਸਟ ਬਹੁਤ ਵੱਧ ਰਹੇ ਆ, ਵੀ ਲਾਗਤ ਜਿਹੜੀ ਉਹ ਜ਼ਿਆਦਾ ਲੱਗ ਰਹੀ ਆ ਹੁਣ ਖੇਤੀਬਾੜੀ ਦੇ ਵਿੱਚ ਕੋਈ ਵੀ ਫਸਲ ਜਿਹੜੀ ਉਹ ਉਗਾਉਣ ਨੂੰ ਜਿਹੜਾ ਉਹ ਲੈ ਕੇ ਕਹਿ ਤਾਂ ਇਹ ਦਿੱਤਾ ਜਾਂਦਾ ਆ, ਤੁਸੀਂ ਵੀ ਸਾਰੇ ਜਾਣੇ ਕਹਿੰਦੇ ਵੀ ਇਨਪੁਟ ਕਾਸਟ ਦੇ ਉੱਤੇ ਕੰਟਰੋਲ ਕੀਤਾ ਜਾਵੇ, ਉਸ ਨੂੰ ਘਟਾਇਆ ਜਾਵੇ। ਪਰ ਗੱਲ ਇਹ ਆ ਵੀ ਘਟਾਇਆ ਕਿੱਦਾਂ ਜਾਵੇ। ਜੇ ਤੁਸੀਂ ਅੱਜ ਥੋੜਾ ਜਿਹਾ ਸਾਨੂੰ ਇਸ ਟੌਪਿਕ ਦੇ ਥੋੜੇ ਵਿਸਥਾਰ ਦੇ ਵਿੱਚ ਜਾ ਕੇ ਸਾਨੂੰ ਦੱਸੋ ਵੀ ਕਿਹੜੇ ਕਦਮ ਚੁੱਕੇ ਜਾ ਸਕਦੇ ਇੱਕ ਗਰੋਵਰ ਦੇ ਦੁਆਰਾ, ਇੱਕ ਫਾਰਮਰ ਦੇ ਦੁਆਰਾ, ਜਿਸ ਦੇ ਨਾਲ ਵਾਕਿਆ ਹੀ ਜਿਹੜੀ ਇਨਪੁਟ ਕਾਸਟ ਆ ਉਸ ਨੂੰ ਆਪਾਂ ਘਟਾ ਸਕਦੇ ਹਾਂ। ਹਾਂਜੀ, ਆਪਾਂ ਰਾਜਕਨ ਜੀ ਇਹ ਕੁਐਸਚਨ ਬਹੁਤ ਆਉਂਦਾ ਹੈ ਨਾ ਵੀ ਜਿਹੜੀ ਇਨਪੁਟ ਕਾਸਟ ਜਾਂ ਜਦੋਂ ਆਪਾਂ ਕਹਿੰਦੇ ਨੇ ਆਪਾਂ ਫਾਰਮ ਪਲਾਨ ਹੋਣਾ ਚਾਹੀਦਾ ਸਾਰਿਆਂ ਕੋਲ, ਤੇ ਉਹਦੇ 'ਚ ਇਨਪੁਟ ਕਾਸਟ ਇੱਕ ਬਹੁਤ ਵੱਡਾ ਫੈਕਟ ਹੁੰਦਾ ਵੀ ਵੱਡੀ ਆਈਟਮ ਹੁੰਦੀ ਆ ਦੇਖਣ ਨੂੰ, ਰਿਵਿਊ ਕਰਨ। ਤੇ ਉਹਦੇ ਵਿੱਚ ਜਿਹੜਾ ਕਈ ਮਤਲਬ ਇਨਪੁਟ ਕਾਸਟ ਨੂੰ ਵੀ ਦੇਖਣ ਨੂੰ 2-3 ਤਰੀਕਿਆਂ ਨਾਲ ਦੇਖਿਆ ਜਾ ਸਕਦਾ ਮੈਨੂੰ ਲੱਗਦਾ ਹੈ ਨਾ। ਉਹਦੇ ਵਿੱਚ ਇੱਕ ਜਿਹੜੀ ਚੀਜ਼ ਆਉਂਦੀ ਆ ਬਈ ਤੁਸੀਂ ਖੇਤੀ ਕਿਵੇਂ ਕਰਦੇ ਹੋ, ਹੈ ਨਾ। ਖੇਤੀ ਕਿਵੇਂ ਕਰਦੇ ਆ ਮਤਲਬ ਵੀ ਤੁਹਾਡਾ ਕਿੰਨਾ ਕੁ ਤੁਹਾਨੂੰ ਆਪਣੇ ਫਾਰਮ ਦੇ ਬਾਰੇ ਪਤਾ, ਕਿਹੋ ਜਿਹੀਆਂ ਤੁਸੀਂ ਪ੍ਰੈਕਟਿਸਿਸ ਕਰਦੇ ਹੋ, ਹੈ ਨਾ। ਤੇ ਜਿਹੜੀ ਤੁਹਾਨੂੰ ਮਿੱਟੀ ਦਾ ਪਤਾ, ਤੁਹਾਨੂੰ ਟਿਸ਼ੂ ਐਨਾਲਿਸਿਸ ਪਤਾ, ਤੁਹਾਨੂੰ ਕਿੰਨੀ ਖਾਦ ਦੀ ਲੋੜ ਆ, ਕਿਹੜਾ ਫਰਟੀਲਾਈਜ਼ਰ ਕਿਸ ਟਾਈਮ ਲੋੜ ਆ, ਹੈ ਨਾ। ਉਹ ਸਾਰੀਆਂ ਚੀਜ਼ਾਂ ਉਹ ਬੰਦੇ ਨੂੰ ਪਤਾ ਹੋਣੀਆਂ ਤੇ ਉਹ ਇਨਪੁਟ ਕਾਸਟ ਨੂੰ ਗਵਰਨ ਕਰਦੀ। ਇੱਕ ਤਾਂ ਇਹ ਚੀਜ਼ਾਂ ਤਰੀਕਿਆਂ ਹੋ ਗਿਆ ਵੀ ਦੇਖਣ ਨੂੰ ਵੀ ਜਿਹੜੀ ਤੁਸੀਂ ਖੇਤੀ ਐਕਚੁਅਲੀ ਕਰਦੇ ਆ ਉਹਨੂੰ ਤੁਸੀਂ ਕਿਵੇਂ ਮੈਕਸੀਮਾਈਜ਼ ਜਾਂ ਆਪਟੀਮਾਈਜ਼ ਕਰ ਸਕਦੇ ਹਾਂ। ਉਹਦੇ ਉੱਤੇ ਦੇਖੋ ਜਸਵੀਰ ਸਿੰਘ ਨੇ ਆ ਕੇ ਮੈਨੂੰ ਲੱਗਦਾ ਬਹੁਤ ਵਾਰ ਇਸ ਟੌਪਿਕ ਨੂੰ ਕਵਰ ਕੀਤਾ ਹੈ ਨਾ, ਬਈ ਤੁਸੀਂ ਸੋਇਲ ਐਨਾਲਿਸਿਸ ਕਰੋ, ਤੁਸੀਂ ਟਿਸ਼ੂ ਐਨਾਲਿਸਿਸ ਕਰੋ, ਤੁਹਾਨੂੰ ਪਤਾ ਹੋਣਾ ਚਾਹੀਦਾ ਕਿਹੜਾ ਤੁਸੀਂ ਫਰਟੀਲਾਈਜ਼ਰ ਪਾਉਂਦੇ, ਕਿੰਨੇ ਦਾ ਪਾਉਂਦੇ ਆ। ਐਵੇਂ ਨਹੀਂ ਕਿ ਵੀ ਉਹੀ ਪਾ ਦਿਓ, ਤੁਸੀਂ ਉਹਦਾ ਰੇਟ ਦੇਖੋ, ਆਪਦੇ PCA ਨੂੰ ਪੁੱਛੋ ਵੀ ਕਿੰਨਾ ਕਿਹਦਾ ਪ੍ਰਾਈਸ ਚੱਲ ਰਿਹਾ ਹੁਣ। ਇੱਕ ਤਰੀਕਾ ਤਾਂ ਇਹ ਹੈਗਾ ਦੇਖਣ। ਇਸ ਤਰੀਕੇ ਨੂੰ ਮੈਨੂੰ ਲੱਗਦਾ ਇਸ ਟੌਪਿਕ ਤੇ ਕਾਫੀ ਗੱਲਬਾਤ ਬਿਟਸ ਐਂਡ ਪੀਸਸ ਦੇ ਵਿੱਚ ਆਪਾਂ ਕਰ ਚੁੱਕੇ ਹਾਂ। ਮੇਰੀ ਐਕਸਪਰਟੀਜ਼ ਨਹੀਂ ਗੀ, ਬਟ ਹੋਰ ਜਿਹੜੇ ਬੁਲਾਰੇ ਆਏ ਨੇ ਉਹਨਾਂ ਨੇ ਇਸ ਟੌਪਿਕ ਤੇ ਕੀਤੀ ਹੈ। ਤੇ ਜਿਹੜਾ ਦੂਜਾ ਆਪਾਂ ਅੱਜ ਫੋਕਸ ਕਰਨ ਦੀ ਕੋਸ਼ਿਸ਼ ਕਰਨੀ ਹੈ ਉਹ ਇਹ ਹੈ ਵੀ ਇਨਪੁਟ ਕਾਸਟ ਨੂੰ ਤੁਸੀਂ ਕਿਵੇਂ ਘਟਾਉਣਾ ਬਾਏ ਇਨਵੈਸਟਿੰਗ ਇਨ ਯੂਰ ਇਨਫਰਾਸਟਰਕਚਰ, ਹੈ ਨਾ। ਦੂਜਾ ਹੁੰਦਾ ਵੀ ਨਾ ਵੀ ਇੱਕ ਤਾਂ ਇਨਪੁਟ ਕਾਸਟ ਹੋ ਗਈ ਵੀ ਫਰਟੀਲਾਈਜ਼ਰ ਕਿੰਨਾ ਪਾਉਣਾ, ਦੂਜੀ ਇਨਪੁਟ ਕਾਸਟ ਹੋ ਗਈ ਤੁਹਾਡਾ ਬਿਜਲੀ ਦਾ ਬਿੱਲ ਕਿੰਨਾ ਹੈ ਨਾ। ਜੇ ਬਿਜਲੀ ਦਾ ਬਿੱਲ ਘੱਟ ਆਉਂਦਾ ਤਾਂ ਤੁਹਾਡੀ ਇਨਪੁਟ ਕਾਸਟ ਘੱਟ ਗਈ, ਹੈ ਨਾ। ਹੁਣ ਬਿਜਲੀ ਦਾ ਬਿੱਲ ਨੂੰ ਤਾਂ ਇਹ ਤਾਂ ਹੈ ਨਹੀਂ ਗਾ ਵੀ ਜੇ 5 ਘੰਟੇ ਮੋਟਰ ਚਲਾਉਂਦੇ ਆਪਾਂ ਨੂੰ ਚਾਹੀਦਾ ਪੰਪ ਚੱਲਣਾ ਤਾਂ ਆਪਾਂ 4.5 ਕਰ ਦੀ, ਉਹ ਤਾਂ ਫਿਰ ਉਹਦੇ ਤੇ ਨੈਗੇਟਿਵ ਇੰਪੈਕਟ ਹੋਣਗੇ ਨਾ, ਅਨਲੈਸ ਜਸਟੀਫਾਈਏਬਲ ਹੋਵੇ ਵੀ ਉਹ ਪਾਣੀ ਦੀ ਆਪਾਂ ਜ਼ਿਆਦਾ ਲਾ ਰਹੇ ਸੀ ਪਹਿਲਾਂ ਵੀ ਆਪਾਂ ਘੱਟ ਕਰਨਾ। ਤੇ ਪਰ ਜੇ ਲਾਉਣਾ 5 ਘੱਟ ਹੀ ਹੋਵੇ ਤੇ ਪਰ ਆਪਾਂ ਉਹ ਬਿੱਲ ਘਟਾਉਣਾ, ਹੈ ਨਾ, ਬਾਈ ਇਨਵੈਸਟਿੰਗ ਇਨ ਆਰ ਇਨਫਰਾਸਟਰਕਚਰ, ਉਹ ਹੋ ਗਈ ਵੀ ਘਟਾਉਣਾ ਇਨਪੁਟ ਕਾਸਟ। ਅੱਛਾ ਜੀ, ਇਹਦੇ ਵਿੱਚ ਥੋੜਾ ਜਿਹਾ ਖੋਲ ਕੇ ਦੱਸਿਓ ਵੀ ਜਦੋਂ ਆਪਾਂ ਹੁਣ ਇਨਪੁਟ ਕਾਸਟ ਦੀ ਗੱਲ ਕਰਦੇ ਹਾਂ, ਜਿਹੜੇ ਇਨਫਰਾਸਟਰਕਚਰ ਦੀ ਗੱਲ ਕਰਦੇ ਹਾਂ, ਕਿਹੜੀਆਂ ਚੀਜ਼ਾਂ ਇਸ ਦੇ ਵਿੱਚ ਆਉਂਦੀਆਂ ਜੇ ਆਪਾਂ ਇਸ ਨੂੰ ਵੰਡ ਕਰਨੀ ਹੋਵੇ। ਇੱਕ એનર્ਜੀ ਦਾ ਖੇਤਰ ਹੋ ਗਿਆ, ਤੁਸੀਂ ਬਿਜਲੀ ਦਾ ਜਿੱਦਾਂ ਕਿਹਾ, ਇੱਕ ਡੀਜ਼ਲ ਹੋ ਜਾਊਗਾ, ਇੱਕ ਉਪਕਰਨ ਹੋ ਗਏ ਲਾਈਕ ਮਸ਼ੀਨਰੀ ਹੋ ਗਈ, ਹੋਰ ਕਿਹੜੀਆਂ ਚੀਜ਼ਾਂ ਹੁੰਦੀਆਂ ਜਿਹੜੇ ਅਸਲ 'ਚ ਜਿਹੜੀਆਂ ਇਨਪੁਟ ਇਨਫਰਾਸਟਰਕਚਰ ਦੇ ਵਿੱਚ ਆਪਾਂ ਸੋਚਦੇ ਹਾਂ ਜਦੋਂ ਆਪਾਂ ਫਾਰਮਿੰਗ ਨੂੰ ਤੇ ਐਗ ਨੂੰ ਜਿਹੜਾ ਉਹ ਇੰਡਸਟਰੀ ਨੂੰ ਦੇਖਦੇ ਹਾਂ। ਦੇਖੋ ਜੇ ਖੇਤੀ ਨੂੰ ਆਪਾਂ ਦੇਖੀਏ ਤਾਂ 3 ਚੀਜ਼ਾਂ ਹੀ ਹੁੰਦੀਆਂ ਨੇ ਮੈਨੂੰ ਲੱਗਦਾ ਹੁੰਦਾ। ਇੱਕ ਤਾਂ ਮਿੱਟੀ, ਠੀਕ ਹੈ ਜੀ, ਦੂਜਾ ਪਾਣੀ, ਠੀਕ ਹੈ,
ਤੀਜਾ ਜਿਹੜੀ ਤੁਸੀਂ ਉੱਤੇ ਟਰੀ ਲਾਏ ਹੋਏ ਆ ਵੀ ਉਹਨੂੰ ਕਿਵੇਂ ਮੈਨੇਜ ਕਰਨਾ। ਜਿਹੜੀਆਂ ਨੇ ਤਿੰਨਾਂ ਚੀਜ਼ਾਂ ਨੂੰ ਮੈਨੇਜ ਕਰਨ ਨੂੰ ਇਹਨਾਂ ਨੂੰ ਲੱਗਦੀਆਂ ਨੇ ਚੀਜ਼ਾਂ, ਉਹ ਆਪਾਂ ਇਨਪੁਟ ਕਾਸਟ ਕਹਿ ਦਿੰਦੇ ਹਾਂ। ਹੁਣ ਆਪਾਂ ਮਿੱਟੀ ਦੀ ਗੱਲ ਕਰੀਏ, ਹਨਾ, ਮਿੱਟੀ ਦੇ ਵਿੱਚ ਆਪਾਂ ਕਿਹੋ ਜਿਹੇ ਫਰਟੀਲਾਈਜ਼ਰ ਪਾਉਂਦੇ ਆ, ਉਹ PCA ਦੱਸਦਾ, ਹਨਾ। ਇਸ ਟੌਪਿਕ ਨੂੰ ਆਪਾਂ ਅੱਜ ਟੱਚ ਨਹੀਂ ਕਰਨ ਦਾ ਆਪਣਾ ਹੈਗਾ ਸੋਇਲ ਮਕਸਦ। ਟੈਸਟਿੰਗ ਹੋ ਗਈ, ਉਹ ਦੱਸਦੇ ਆ, ਪ੍ਰੈਸੀਜਨ ਫਰਟੀਲਾਈਜ਼ਰ ਕਰ ਲਾਂਗੇ। ਹਨਾ, ਮੰਨ ਲਓ ਵੀ ਆਪਾਂ ਹੁਣ ਮੈਨੂੰ ਸਿਟਰਸ ਦਾ ਜ਼ਿਆਦਾ ਪਤਾ ਵੀ ਸਿਟਰਸ ਸਾਨੂੰ ਕਹਿੰਦੇ ਆ ਵੀ ਤੁਸੀਂ 120 ਪਾਊਂਡ ਪਰ ਏਕੜ ਨਾਈਟ੍ਰੋਜਨ ਐਡ ਕਰੋ ਹਰੇਕ ਸਾਲ। ਹੁਣ ਮੈਨੂੰ ਪਤਾ ਵੀ 120 ਪਾਊਂਡ ਪਾਉਣੀ ਆ, ਤੇ ਚਲੋ ਮੈਂ ਆਪਦਾ ਉਹ ਵੈਰੀਫਾਈ ਵੀ ਕਰ ਲਿਆ, ਉਹ ਤੇ ਸੋਇਲ ਐਨਾਲਿਸਿਸ ਕਰਕੇ ਵੀ ਆ ਗਿਆ, ਮੇਰਾ ਨੰਬਰ 120 ਪਾਊਂਡ ਹੀ ਆਉਣਾ ਲੈਸੇ, ਹਨਾ। ਤੇ ਹੁਣ ਇੱਕ ਤਰੀਕਾ ਤਾਂ ਇਹ ਆ ਵੀ ਮੈਂ ਸਿੰਥੈਟਿਕ ਫਰਟੀਲਾਈਜ਼ਰ ਲਿਆ ਤੇ ਮੈਂ ਉਹ ਚ ਪਾ ਦਿੱਤਾ, ਤੇ ਉਹ 120 ਪਾਊਂਡ ਪਾਇਆ, ਤੇ ਜਿੰਨੀ ਮੇਰੀ ਅਗਲੇ ਸਾਲ ਦੀ ਰਿਕੁਆਇਰਮੈਂਟ ਹੋਊਗੀ ਉਹ ਆਪਾਂ ਪਾਈ ਜਾਣੀ ਹੈ। ਜ਼ਿਆਦਾਤਰ ਖੇਤੀ ਐਂ ਚੱਲਦੀ। ਹਾਂ, ਠੀਕ ਹੈ। ਹੁਣ ਦੂਜਾ ਇਹਨੂੰ ਜਿਹੜਾ ਆਪਾਂ ਅੱਜ ਜਿਹੜਾ ਆਪਣਾ ਕਵਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਵੀ ਉਹ ਜਿਹੜੀ 120 ਪਾਊਂਡ ਆ ਉਨੀ ਪ੍ਰੋਡਕਸ਼ਨ ਕੱਢਣ ਨੂੰ ਆਪਾਂ 100 ਪਾਊਂਡ ਤੇ ਕਿਵੇਂ ਲਿਆ ਸਕਦੇ। ਠੀਕ ਹੈ, ਹਨਾ, ਠੀਕ ਹੈ ਨਾ, ਵੀ ਜੇ ਅਸੀਂ ਸਿੰਥੈਟਿਕ ਫਰਟੀਲਾਈਜ਼ਰ 120 ਪਾਊਂਡ ਪਾਉਂਦੇ ਆ ਤਾਂ ਵੀ ਅਸੀਂ 100 ਪਾਊਂਡ ਤੇ ਲੈ ਕੇ ਆਉਣਾ ਚਾਹੁੰਦੇ ਆ ਉਨੀ ਹੀ ਹਾਰਵੈਸਟ। ਉਹਦੇ ਲਈ ਸਾਨੂੰ ਕੀ ਕਰਨਾ ਚਾਹੀਦਾ? ਠੀਕ ਹੈ ਜੀ। ਉਹਦੇ 'ਚ ਫਿਰ ਤੁਸੀਂ ਦੇਖੋ ਵੀ ਤੁਸੀਂ ਆਰਗੈਨਿਕ ਮੈਟਰ ਕਿਵੇਂ ਵਧਾਉਣਾ ਆਪਦੀ ਸਵਾਦ ਦਾ। ਠੀਕ ਹੈ। ਹੁਣ ਇਹ ਇਨਵੈਸਟਿੰਗ ਇਨ ਯੂਰ ਇਨਫਰਾਸਟ੍ਰਕਚਰ ਹੈ, ਕਿਉਂਕਿ ਤੁਸੀਂ ਜਿਹੜਾ ਆਰਗੈਨਿਕ ਮੈਟਰ ਵੱਧਦਾ ਉਹਦੇ ਲੌਂਗ ਟਰਮ ਇਫੈਕਟਸ ਹੁੰਦੇ ਨੇ। 3 ਸਾਲ ਰਹਿ ਜਾਂਦਾ ਉਹ, ਜੇ ਤੁਸੀਂ ਇੱਕ ਜਿਹੜਾ ਕਰਦੇ ਆ ਜਿੰਨਾ ਵੀ ਇਨਕਰੀਜ਼, ਲੈਸੇ ਤੁਸੀਂ ਕਵਰ ਕ੍ਰੌਪ ਲਾ ਲਈ, ਕੰਪੋਸਟ ਪਾ ਲਈ, ਜਾਂ ਕੋਈ ਹੋਰ ਵੀ ਇਹੋ ਜਿਹੀਆਂ ਪ੍ਰੈਕਟਿਸਿਸ ਕਰ ਲਈਆਂ, ਤੇ ਉਹਦੇ ਨਾਲ 1 ਸਾਲ ਕਰ ਲਈਆਂ, ਤਾਂ ਉਹਦੇ 3 ਸਾਲ ਤੁਹਾਨੂੰ ਇਫੈਕਟ ਦਿਸਣ ਨੂੰ ਮਿਲਦੇ ਨੇ। ਠੀਕ ਹੈ। ਦੂਜੇ ਸਾਲ ਸਭ ਤੋਂ ਜ਼ਿਆਦਾ ਹੁੰਦੀ ਆ, ਪਹਿਲੇ ਸਾਲ ਘੱਟ, ਦੂਜੇ ਸਾਲ ਜ਼ਿਆਦਾ, ਤੀਜੇ ਸਾਲ ਫਿਰ ਥੋੜ੍ਹੇ ਘੱਟ ਜਾਂਦੇ ਹਨ। ਤੇ ਪਰ ਇਹਦੇ ਨਾਲ ਤੁਹਾਡਾ ਸਿੰਥੈਟਿਕ ਫਰਟੀਲਾਈਜ਼ਰ ਦਾ ਖਰਚਾ ਘੱਟ ਗਿਆ 1 ਸਾਲ ਬਾਅਦ। ਠੀਕ ਹੈ ਨਾ। ਹੁਣ ਆਪਾਂ ਕਹਿੰਦੇ ਆ ਵੀ ਚਲੋ ਫਿਰ ਕੰਪੋਸਟ ਹੈ ਕਿ ਇੱਕ ਐਕਸਟਰਾ ਐਕਸਪੈਂਸ ਆ ਗਿਆ, ਗੱਲ ਤਾਂ ਇਹੀ ਆਉਂਦੀ ਹੁੰਦੀ ਹੈ। ਜੇ ਤਾਂ ਦੇਖੋ, ਮੇਰਾ ਇਹ ਮੰਨਣਾ ਵੀ ਜੇ ਤੁਹਾਡਾ ਐਕਸਪੈਂਸ ਕੰਪੋਸਟ ਪਾ ਕੇ ਵੀ ਓਨਾ ਹੀ ਆਉਂਦਾ, ਤੇ ਪਰ ਤੁਹਾਡੇ ਕੋਲ ਰਿਜ਼ਲਟ ਸੇਮ ਆ ਰਹੇ ਆ, ਮਤਲਬ ਉਨੀ ਤੁਹਾਡੇ ਕੋਲ ਆਰਗੈਨਿਕ ਮੈਟਰ ਜਾਂ ਨਾਈਟ੍ਰੋਜਨ ਨਿਕਲ ਰਹੀ ਹੈ, ਤਾਂ ਆਪਾਂ ਨੂੰ ਫਿਰ ਵੀ ਕੰਪੋਸਟ ਹੀ ਪਾਉਣੀ ਚਾਹੀਦੀ, ਕਿਉਂਕਿ ਨੈਚੁਰਲ ਪ੍ਰੋਸੈਸ। ਠੀਕ ਹੈ ਜੀ। ਪਰ ਇੱਥੇ ਹੁਣ ਇਹ ਆ ਜਾਂਦਾ ਵੀ ਤੁਸੀਂ ਜਿਹੜੀਆਂ ਆਲੇ ਦੁਆਲੇ ਦੀਆਂ ਜਿਹੜੀਆਂ ਤੁਹਾਡੇ ਕੋਲ ਆਪਸ਼ਨਸ ਨੇ ਉਹਨਾਂ ਨੂੰ ਕਿਵੇਂ ਯੂਟੀਲਾਈਜ਼ ਕਰਦੇ। ਹਨਾ, ਹੁਣ USDA ਫੰਡਿੰਗ ਦਿੰਦੀ ਹੈ ਇਹਦੇ ਲਈ, CDFA ਫੰਡਿੰਗ ਦਿੰਦੀ ਹੈ, ਹਨਾ। USDA ਦੀ ਫੰਡਿੰਗ ਜੇ ਤਾਂ 1 ਸਾਲ ਵਾਲੀ ਵੀ ਹੈਗੀ, 5 ਸਾਲ ਵਾਲੀ ਵੀ ਹੈਗੀ, 5 ਸਾਲ ਦਾ ਕੰਟਰੈਕਟ ਹੋ ਜਾਂਦਾ, 5 ਸਾਲ ਤੁਹਾਨੂੰ ਲਗਾਤਾਰ ਪੈਸੇ ਦਿੰਦੇ ਰਹਿੰਦੇ। ਠੀਕ ਹੈ। ਤੇ ਸੇਮ ਹੀ ਸਟੇਟ ਦੀ ਹੈ, ਸਟੇਟ ਦੀ ਹੈਗੀ ਆ 3 ਸਾਲ ਦੀ, ਤੁਹਾਨੂੰ 3 ਸਾਲ ਪੈਸੇ ਦਿੰਦੇ ਰਹਿੰਦੇ ਨੇ ਕੰਪੋਸਟ ਪਾਉਣ ਦੇ ਜਾਂ ਕਵਰ ਕ੍ਰੌਪ ਲਾਉਣ ਦੇ। ਉਹਦੇ ਨਾਲ ਜੇ ਤੁਸੀਂ 3 ਜਾਂ 5 ਸਾਲ ਪਾਉਂਦੇ ਹੋ ਤਾਂ 6 ਤੋਂ 8 ਸਾਲ ਤੁਹਾਡੇ ਫਾਰਮ ਦੇ ਵਿੱਚ ਇਫੈਕਟ ਰਹਿੰਦੇ ਨੇ। ਓਕੇ, ਠੀਕ ਹੈ। ਠੀਕ ਹੈ ਨਾ। ਤੇ ਹੁਣ ਕੀ ਹੋਇਆ, ਆਪਣੀ ਇਨਪੁਟ ਕਾਸਟ ਘਟ ਗਈ। ਚਲੋ 6 ਹੀ ਮੰਨ ਕੇ ਚੱਲੋ ਵੀ 5 ਤੋਂ 6 ਸਾਲ ਆਪਣੀ ਇਨਪੁਟ ਕਾਸਟ ਘਟ ਗਈ ਨੇ, ਆਪਣੀ ਵੈਲਿਊ, ਆਪਣਾ ਆਰਗੈਨਿਕ ਮੈਟਰ ਵੀ ਵੱਧ ਗਿਆ। ਹਨਾ, ਮੇਰੇ ਆਪਦੇ ਰਿਜ਼ਲਟ ਨੇ ਜਿਹੜੇ ਦੇਖੇ ਹੋਏ ਨੇ ਮਲਟੀਪਲ ਫਾਰਮ 'ਚ, ਜਿੰਨੇ ਕੁ ਮੈਂ ਹੈਲਪ ਕਰਦਾ ਲੋਕਾਂ ਦੀ, ਹੈ ਨਾ, ਕੰਪੋਸਟ ਸਾਡੇ ਗਰੋਅਰ ਦੀ, 18% ਤੋਂ ਲੈ ਕੇ 38% ਤੱਕ ਆਰਗੈਨਿਕ ਮੈਟਰ 1 ਸਾਲ 'ਚ ਵੱਧ ਜਾਂਦਾ 5 ਤੋਂ 7 ਟਨ ਕੰਪੋਸਟ ਪਾਉਣ ਨਾਲ। ਅੱਛਾ। ਹਨਾ, ਤੁਸੀਂ ਇਹ ਦੇਖੋ ਵੀ ਜੇ ਤੁਸੀਂ ਤੁਹਾਡਾ ਆਰਗੈਨਿਕ ਮੈਟਰ ਆਪਾਂ ਚੈੱਕ ਕਰਦੇ ਹਾਂ, ਆਪਾਂ ਸੋਇਲ ਐਨਾਲਿਸਿਸ ਜਦੋਂ ਕਰਦੇ ਹਾਂ, ਆਪਾਂ ਦੇਖਦੇ ਹਾਂ ਵੱਡੇ ਜਿਹੜੇ ਇਨਗਰੀਡੀਐਂਟ ਆ ਜਾਂ ਮਾਈਕਰੋ ਤੇ ਮੈਕਰੋ ਦੇਖਦੇ ਹਾਂ ਆਪਾਂ, ਹਨਾ, ਵਿੱਚ ਕਿੰਨਾ ਉਹ ਆਪਾਂ ਦੇਖਣਾ ਚਾਹੀਦਾ, ਜ਼ਰੂਰ ਦੇਖਣਾ ਚਾਹੀਦਾ, ਬਹੁਤ ਇੰਪੋਰਟੈਂਟ ਆ। ਪਰ ਨਾਲ ਦੀ ਨਾਲ ਆਪਾਂ ਕੋਸ਼ਿਸ਼ ਕਰੀਏ ਵੀ ਆਪਾਂ ਆਪਦਾ ਆਰਗੈਨਿਕ ਮੈਟਰ ਵੀ ਦੇਖੀਏ ਸੋਇਲ ਦਾ। ਹਨਾ, ਮੈਂ ਇਹੋ ਜਿਹੀ ਵੀ ਸੋਇਲ ਸੈਂਪਲ ਦੇਖਿਆ ਜਿੱਥੇ ਆਰਗੈਨਿਕ ਮੈਟਰ 0.5 ਤੋਂ ਵੀ ਘੱਟ ਆਇਆ ਹੈ। ਓ ਵਾਓ। ਹਨਾ, ਤੇ ਉਹਨਾਂ ਨੂੰ ਆਪਾਂ ਨੂੰ ਦੇਖੋ, ਚਲੋ ਇਹ ਤਾਂ ਬਹੁਤ ਹੋਰ ਵੀ ਫੈਕਟਰ ਆ ਜਾਂਦੇ ਨੇ ਵੀ ਉਹ ਸੈਂਡੀ ਆ ਜਾਂ ਉਹ ਹਾਰਡ ਸੋਇਲ ਆ, ਕਲੇ ਸੋਇਲ ਆ, ਹਨਾ, ਸੈਂਡੀ 'ਚ ਘੱਟ ਹੋਊਗਾ, ਦੂਜਿਆਂ 'ਚ ਜ਼ਿਆਦਾ ਹੋਊਗਾ। ਪਰ ਤੁਹਾਨੂੰ ਇੱਕ ਵਿੰਡੋ ਦਾ ਪਤਾ ਲੱਗ ਜਾਂਦੇ ਨੇ ਵੀ ਮੇਰੀ ਸੋਇਲ ਦੀ ਪ੍ਰੋਫਾਈਲ ਆ ਤੇ ਮੇਰੀ ਜਿਹੜੀ ਆਰਗੈਨਿਕ ਮੈਟਰ ਆ ਡਿਜ਼ਾਇਰੇਬਲ ਔਰਚਰਲੀ, ਉਹ ਇੰਨਾ ਕੁ ਹੋਣਾ ਚਾਹੀਦਾ। ਜੇ ਨਹੀਂ ਹੈਗਾ ਤਾਂ ਆਰਗੈਨਿਕ ਮੈਟਰ ਆਰਗੈਨਿਕ ਵੇਜ਼ ਨਾਲ ਹੀ ਵਧਣਾ, ਜਿਹੜੀਆਂ ਚੀਜ਼ਾਂ ਐਡ ਕਰਕੇ। ਸਹੀ ਗੱਲ। ਠੀਕ ਹੈ। ਤੇ ਉਹਦੇ ਲਈ ਤੁਸੀਂ ਆਪਦੀ ਜੇਬੀ 'ਚੋਂ ਪੈਸੇ ਨਾ ਲਾਓ, ਮੈਂ ਤਾਂ ਇਹ ਕਹਿੰਦਾ ਆਪਸ਼ਨਸ ਐਕਸਪਲੋਰ ਕਰੋ ਆਲੇ ਦੁਆਲੇ। ਹੁਣ ਦੇਖੋ, ਤੁਹਾਨੂੰ ਫ੍ਰੀ ਮਿਲਿਆ ਜਿਹੜੇ ਤੇ 3 ਜਾਂ 5 ਸਾਲ ਲਈ ਜਾਂ 1 ਸਾਲ ਲਈ ਪੈਸੇ, ਉਹ ਤੁਸੀਂ ਐਡ ਕੀਤਾ, ਤੁਹਾਡਾ ਸਿੰਥੈਟਿਕ ਫਰਟੀਲਾਈਜ਼ਰ ਦਾ 25% ਘਟ ਗਿਆ, ਹੈ ਨਾ, ਖਰਚਾ, ਤੇ ਪਲੱਸ ਤੁਹਾਡੀ ਸੋਇਲ 'ਚ ਲੌਂਗ ਲਾਸਟਿੰਗ ਇਫੈਕਟ ਰਹਿਣੇ ਨੇ ਪੋਜ਼ੀਟਿਵਲੀ, ਜਿੱਥੇ ਤੁਹਾਡੇ ਟਰੀ ਦੀ ਹੈਲਥ ਵਧਣੀ ਆ, ਫਰੂਟ ਸਾਈਜ਼, ਸਾਰਾ ਕੁਛ ਮੈਟਰ ਕਰਨਾ। ਠੀਕ ਹੈ।
ਹੁਣ ਇਹ ਇੱਕ ਵੇ ਹੈ ਕਰਨ ਦਾ। ਹੁਣ ਇਹ ਆਪਾਂ ਕੱਲਾ ਦੇਖੋ ਖੇਤੀ 'ਚ ਇੰਨੀਆਂ ਚੀਜ਼ਾਂ ਹੁੰਦੀਆਂ ਨੇ, ਸਿਰਫ ਆਪਾਂ ਕੱਲੀ ਸੋਇਲ ਦੀ ਗੱਲ ਕੀਤੀ ਆ, ਉਹ ਵੀ ਸੋਇਲ ਦੀ ਇੱਕ ਆਰਗੈਨਿਕ ਮੈਟਰ ਤੇ, ਹਾਂਜੀ। ਠੀਕ ਹੈ। ਹੁਣ ਇਹਦੇ ਵਿੱਚ ਵੀ ਕਿੰਨੀਆਂ ਚੀਜ਼ਾਂ ਆਈਆਂ, ਤੁਸੀਂ ਬਾਇਓਚਾਰ ਐਡ ਕਰ ਸਕਦੇ ਹੋ, ਕਈ ਬੰਦੇ ਟਰਾਇਲ ਕਰਦੇ ਆ, ਉਹ ਹਜੇ ਚਲੋ ਠੀਕ ਆ ਵੀ ਉਹਦੇ ਪੂਰੇ ਰਿਜ਼ਲਟ ਨਹੀਂ ਪਤਾ ਆਪਾਂ ਨੂੰ, ਹੈ ਨਾ। ਤੇ ਇਹ ਕਵਰ ਕ੍ਰੌਪ ਲਾਓ, ਜਿਹੜੇ ਬੰਦੇ ਲਾ ਸਕਦੇ ਜ਼ਰੂਰ ਲਾਉਣੀ ਚਾਹੀਦੀ ਹੈ, ਮੈਨੂੰ ਤਾਂ ਲੱਗਦਾ। ਤੇ ਇਹਨਾਂ ਚੀਜ਼ਾਂ ਨਾਲ ਕਾਫੀ ਜ਼ਿਆਦਾ ਫਰਕ ਪਿਆ। ਸੋ ਆਪਾਂ ਇਹਨਾਂ ਚੀਜ਼ਾਂ ਤੇ ਇਨਵੈਸਟ ਕਰੀਏ ਜਾਂ ਇਹ ਚੀਜ਼ਾਂ ਕਰਨੀਆਂ ਸ਼ੁਰੂ ਕਰੀਏ। ਜਿਨ੍ਹਾਂ ਨੂੰ ਪ੍ਰੋਬਲਮ ਆਉਂਦੀ ਆ ਬਈ ਨਹੀਂ ਪਤਾ ਲੱਗਦਾ ਵੀ ਕਿੱਥੋਂ ਮਿਲਣੇ ਆ, ਮਤਲਬ ਜਿਹੜੀ ਗ੍ਰਾਂਟਸ ਐਂਡ ਇਨਸੈਂਟਿਵ, ਉਹਦੇ ਲਈ ਅਸੀਂ ਤਾਂ ਦੇਖੋ ਪੂਰਾ ਜ਼ੋਰ ਲਾਉਂਦੇ ਹਾਂ। ਤੇ ਵੱਧ ਤੋਂ ਵੱਧ ਗਰੁੱਪਸ ਵੀ ਦੱਸੀਦਾ, ਵੈਬਸਾਈਟ ਵੀ, ਰੇਡੀਓਜ਼ ਵੀ, ਆਪਾਂ ਹਰੇਕ ਵਾਰ ਜਦੋਂ ਮੈਂ ਆਪਾਂ ਗ੍ਰਾਂਟਸ ਦੀ ਗੱਲ ਕਰਦੇ ਕਰਦੇ ਹਾਂ। ਹਾਂਜੀ। ਤੇ ਉਹ ਫ੍ਰੀ ਪੈਸੇ ਲਓ, ਹਨਾ, ਉਹਦੇ ਨਾਲ ਆਪਦੇ ਆਪ ਤੇ ਇਨਵੈਸਟ। ਹੁਣ ਦੇਖੋ ਇਕੱਲੀ ਆਪਾਂ ਸੋਇਲ ਦੀ ਗੱਲ ਕੀਤੀ ਹੈ, ਹਨਾ, ਵੀ ਸੋਇਲ ਹੋ ਗਈ ਚਲੋ ਮੋਟੀ ਮੋਟੀ, ਇਹ ਜਿਹੜੀਆਂ ਆਪਾਂ ਛੋਟੀਆਂ ਚੀਜ਼ਾਂ ਇਹ ਛੱਡ ਦੀ, ਜਿਹੜੀ ਵੱਡੇ ਆਪਾਂ 2-3 ਚੀਜ਼ਾਂ ਕਵਰ ਕਰ ਲਈ। ਦੇਖੋ 25% ਤੱਕ ਤੁਹਾਡੀ ਸਿੰਥੈਟਿਕ ਫਰਟੀਲਾਈਜ਼ਰ ਦੀ ਕਾਸਟ ਘੱਟ ਹੋ ਜਾਂਦੀ ਹੈ ਜੇ ਤੁਸੀਂ ਪ੍ਰੋਪਰਲੀ ਦੂਜੀਆਂ ਚੀਜ਼ਾਂ ਯੂਜ਼ ਕਰਦੇ ਆ, ਹਨਾ। ਮੇਰੇ ਆਪਦੇ ਪਤਾ ਹੀ ਆ ਵੀ ਮਹਿੰਗਾ ਕਿੰਨਾ ਆ, ਕਿੰਨਾ ਔਖਾ ਆ ਕੰਮ ਦਾ। ਹਾਂਜੀ, ਮੇਰੇ ਆਪਦੇ ਖੇਤ ਦੇ ਨੰਬਰ ਨੇ ਜਿਹੜੇ ਸੈਂਡੀ ਸੋਇਲ ਆਪਾਂ ਕਹਿੰਦੇ ਆ, ਉਹ ਅਸੀਂ 27% ਇੰਪਰੂਵਮੈਂਟ ਦੇਖੀ ਆ ਇੱਕ ਸਾਲ, ਤੇ ਦੂਜੇ ਸਾਲ ਦੇਖੀ ਆ 23% ਆਰਗੈਨਿਕ ਮੈਟਰ ਚ ਇਕੱਲੀ ਵਾਧਾ ਹੋ ਗਿਆ। ਹਾਂ, ਤੇ ਕਿੰਨਾ ਫਿਰ ਫਰਟੀਲਾਈਜ਼ਰ ਕਿੰਨਾ ਘੱਟ ਪਾਉਣਾ ਪਿਆ? ਅਸੀਂ ਤਾਂ ਦੇਖੋ ਹੁਣ ਚਲੋ ਸਾਰੀਆਂ ਚੀਜ਼ਾਂ ਕਰਦੇ ਆ, ਹਨਾ, ਉਹ ਐ ਵੀ ਉਹ ਕੰਪਾਊਂਡ ਇਫੈਕਟ ਹੋਣਾ ਵੀ ਉਹਦੇ ਚ ਅਸੀਂ ਕਵਰ ਕ੍ਰੌਪ ਵੀ ਲਾਉਨੇ ਆ, ਅਸੀਂ ਟਿਲਿੰਗ ਵੀ ਨਹੀਂ ਕਰਦੇਗੇ, ਹਨਾ, ਤੇ ਅਸੀਂ ਕੰਪੋਸਟ ਵੀ ਪਾਉਨੇ ਆ, ਤੇ ਕਿਉਂਕਿ ਸਿਟਰਸ ਚ ਥੋੜ੍ਹੀਆਂ ਜਿਹੀਆਂ ਆਪਸ਼ਨ ਹੈ ਇਸ ਐਂਗਲ ਤੋਂ ਵੱਧ ਜਾਂਦੀਆਂ ਨੇ, ਤੇ ਫਿਰ ਸਾਨੂੰ ਐ ਹੁੰਦਾ ਵੀ ਗਰਾਊਂਡ ਪੂਰਾ ਕਲੀਨ ਬਣਾ ਹੋਵੇ, ਕਿਉਂਕਿ ਨਟਸ ਉਹ ਆ ਸਮੱਸਿਆ ਆ ਜਾਂਦੀ ਹੈ ਵੀ ਪਿਆਰ ਰਵੇ, ਕੁਝ ਜੜ੍ਹਾਂ ਵਿੱਚ ਛੱਡ ਦਿੰਦੇ ਆ ਅਸੀਂ, ਟਰਮੀਨੇਟ ਨਹੀਂ ਕਰਦੇ ਕਵਰ ਕ੍ਰੌਪਸ ਨੂੰ। ਸੋ ਸਾਡੇ ਹੋ ਸਕਦਾ ਥੋੜਾ ਜਿਹਾ ਜ਼ਿਆਦਾ ਦਿਖਦਾ ਹੋਵੇ ਰਿਜ਼ਲਟ ਦੂਜਿਆਂ ਨਾਲੋਂ, ਹਨਾ, ਤੇ ਜਾਂ ਆਪਣੇ ਮੇਰੇ ਇਸ ਰਿਜ਼ਲਟ ਨੂੰ ਵੀ ਜ਼ਿਆਦਾ ਹੋਣਗੇ, ਕਿਉਂਕਿ 38% ਵੀ ਮੈਂ ਦੇਖਿਆ ਇੱਕ ਖੇਤ 'ਚ ਇੰਪਰੂਵਮੈਂਟ, ਹਨਾ। ਤੇ ਜਾਂ ਤਾਂ ਉਹਨਾਂ ਦਾ ਇਹ ਵੀ ਹੋ ਸਕਦਾ, ਕਿਉਂਕਿ ਉੱਥੇ ਬਹੁਤ ਵੇਰੀਏਬਲ ਆ, ਹੋ ਸਕਦਾ ਦੀ ਪਹਿਲਾਂ ਬਹੁਤ ਘੱਟ ਹੋਏ ਤੇ ਫਿਰ ਜਦੋਂ ਪਾਇਆ ਤੁਸੀਂ ਕੀਰੇ ਜੰਪ ਮਾਰਿਆ, ਹਨਾ। ਬਟ ਕਹਿਣ ਦਾ ਮਤਲਬ ਇਹ ਹੈ ਵੀ ਯੂਨੀਵਰਸਿਟੀ ਵੀ ਕਹਿੰਦੀ ਹੈ ਵੀ 20 ਤੋਂ 25% ਈਜ਼ੀਲੀ ਤੁਹਾਡੀ ਸਿੰਥੈਟਿਕ ਫਰਟੀਲਾਈਜ਼ਰ ਦੀ ਕਾਸਟ ਘੱਟ ਹੋ ਜਾਂਦੀ ਹੈ ਜੇ ਤੁਸੀਂ ਇਕੱਲੇ ਕਵਰ ਕ੍ਰੌਪ ਤੇ ਕੰਪੋਸਟ ਦੀ ਪ੍ਰੈਕਟਿਸ ਯੂਜ਼ ਕਰਨ ਲੱਗੇ। ਹੁਣ ਦੇਖੋ ਇਹ ਤੁਹਾਡੀ ਇਨਪੁਟ ਕਾਸਟ ਘੱਟ ਗਈ। ਸਾਡੇ ਜਿਹੜਾ ਜੇ ਆਪਾਂ 2500 ਔਰਚਡ ਦੀ ਮੰਨ ਕੇ ਚੱਲਦੇ ਹਾਂ, ਆਪਾਂ ਬਹੁਤ ਵਾਰ ਗੱਲ ਕਰਦੇ ਹੁੰਦੇ ਹਾਂ ਵੀ ਕਲਚਰਲ ਕਾਸਟ ਆ, ਹਨਾ ਜੀ, ਤੇ ਉਹਦੇ ਚ $700-800 ਫਰਟੀਲਾਈਜ਼ਰ ਦਾ ਆ ਜਾਂਦਾ, ਹਨਾ, ਤੇ ਉਹ ਚ ਤੁਸੀਂ 2500 ਘਟਾ ਲਓ, $200 ਏਕੜ ਦਾ ਆਪਣੀ ਫਰਟੀਲਾਈਜ਼ਰ ਦੀ ਕਾਸਟ ਘੱਟ। ਓਵਰਆਲ ਤੁਸੀਂ 10% ਆਪਦੀ ਜਿਹੜੀ ਇਨਪੁਟ ਕਾਸਟ ਘਟਾ ਲਈ ਜਾਂ ਕਲਚਰਲ ਕਾਸਟ ਘਟਾ ਲਈ, ਠੀਕ ਹੈ ਨਾ। ਸੋ ਹਾਂ, ਦੇਖੋ ਫਿਰ ਜਿਹੜਾ ਦੂਜਾ ਆਪਾਂ ਵੱਡੀ ਚੀਜ਼ ਆ ਜਾਂਦੀ ਹੈ ਪਾਣੀ, ਹਨਾ। ਪਾਣੀ ਦੀ ਕੁਆਲਿਟੀ ਵਧੀਆ ਹੋਣੀ ਚਾਹੀਦੀ ਹੈ, ਉਹਦੇ ਤੇ ਸੌਰੀ ਤੇ ਉਹਦੇ ਤੇ ਜਸਵੀਰ ਸਿੰਘ ਨੇ ਆ ਕੇ ਬਹੁਤ ਵਾਰ ਗੱਲ ਕੀਤੀ ਹੈ, ਹਨਾ, ਤੇ ਉਹ ਗੱਲ ਕਰ ਦਿੰਦੇ ਆ ਵੀ ਪਾਣੀ ਦੀ ਕੁਆਲਿਟੀ ਵਧੀਆ ਹੋਵੇ, ਜਿਹੜਾ ਤੁਸੀਂ ਪਾਣੀ ਕੱਢਦੇ ਆ, ਜੇ ਤੁਸੀਂ ਪਾਣੀ ਦੀ ਕੁਆਲਿਟੀ ਜੇ ਟਰੀਟ ਵੀ ਕਰਨਾ ਪਵੇ, ਸਰ ਟਰੀਟ ਕਰਨ ਤੋਂ ਬਾਅਦ ਚ ਜਦੋਂ ਖੇਤ 'ਚ ਜਾਂਦਾ ਤਾਂ ਉਹ ਘੱਟ ਲੱਗਦਾ, ਹਨਾ। ਜੇ ਆਪਣੇ ਪਾਣੀ ਦੀ ਕੁਆਲਿਟੀ ਵਧੀਆ ਨਹੀਂ ਗੀ ਤਾਂ ਤੁਹਾਨੂੰ ਪੰਪ ਜ਼ਿਆਦਾ ਕਰਨਾ ਪੈਂਦਾ, ਤਾਂ ਜ਼ਿਆਦਾ ਉਹ ਦਿੰਦੇ ਹਨ ਤੁਹਾਨੂੰ ਉਹਦੇ ਜਾਣੀ ਕਿ ਨੈਗੇਟਿਵ ਇਫੈਕਟ ਹੁੰਦੇ। ਇੱਕ ਤਾਂ ਇਹ ਚੀਜ਼ ਹੋ ਗਈ ਵੀ ਪਾਣੀ ਦੀ ਕੁਆਲਿਟੀ ਵਧੀਆ ਹੋਵੇ, ਹਨਾ, ਉੱਥੇ ਤੁਸੀਂ ਇਨਫਰਾਸਟਰਕਚਰ ਤੇ ਇਨਵੈਸਟ ਕਰੋ। ਜਿਹੜਾ ਅੱਜ ਦਾ ਕਹਿਣ ਦਾ ਇਹ ਮਤਲਬ ਨਹੀਂ ਹੈਗਾ ਵੀ ਅੱਜ ਵਾਲੇ ਦੇ ਵਿੱਚ, ਪਰ ਆਪਾਂ ਜਿਹੜੀ ਗੱਲ ਇਹ ਕਰਨੀ ਆ, ਆਪਾਂ ਕਹਿਣਾ ਵੀ ਪਾਣੀ ਥੱਲੇ ਪੁੱਲ ਕਰਦੇ ਹਾਂ, ਜ਼ਮੀਨ ਹੇਠਲਾ ਪੰਪ ਲੱਗਿਆ ਨਾ ਜੀ, ਪੰਪ ਲੱਗਿਆ, ਤੁਹਾਡੀ ਪੰਪ ਦੀ ਐਫੀਸ਼ੀਐਂਸੀ ਕੀ ਹੈ ਪਹਿਲਾਂ ਆਪਾਂ ਨੂੰ ਇਹ ਪਤਾ ਹੋਣਾ ਚਾਹੀਦਾ, ਹਨਾ। ਜਿਹੜਾ 50% ਤੋਂ ਘੱਟ ਐਫੀਸ਼ੀਐਂਟ ਪੰਪ ਆ, ਬੇਸਿਕਲੀ ਉਹਨੂੰ ਸਾਰੇ ਹੀ ਸਟੇਟ ਜਾਂ ਫੈਡਰਲ ਦੇ ਅਦਾਰੇ ਕਹਿੰਦੇ ਵੀ ਨੀਡਸ ਟੂ ਬੀ ਰਿਪਲੇਸਡ, ਚੇਂਜ ਕਰ ਦੋ। ਹਾਂ, ਠੀਕ ਹੈ ਨਾ। ਤੇ ਉਹਦੇ 'ਚ ਜੇ ਆਪਾਂ ਦੇਖੀਏ ਵੀ ਆਪਣੇ ਪੰਪਾਂ ਦੀ ਜ਼ਿਆਦਾ, ਜਦੋਂ ਪੁਰਾਣੇ ਪੰਪਾਂ ਦੀ ਜਿਹੜੇ ਪਿਛਲੇ 10 ਸਾਲ 'ਚ ਲੱਗੇ ਉਹਨਾਂ ਨੂੰ ਛੱਡ ਕੇ ਜਦੋਂ ਵੀ ਪੰਪ ਟੈਸਟ ਕਰਾਈਦਾ ਸੀ ਕਿਸੇ ਦਾ, ਤੇ ਉਹ ਪੰਪ ਦੀ ਜਿਹੜੀ ਐਫੀਸ਼ੀਐਂਸੀ ਆ ਹਮੇਸ਼ਾ 50% ਤੋਂ ਘੱਟ ਹੀ ਆਉਂਦੀ। ਮੈਂ ਤਾਂ ਕੋਈ ਦੇਖਿਆ ਨਹੀਂ ਵੀ ਜਿਹੜਾ 60 ਤੋਂ ਉੱਪਰ ਚੱਲਦਾ ਹੋਵੇ ਪੁਰਾਣਾ ਪੰਪ, ਹਨਾ। ਤੇ ਉਹਦੇ ਕਾਰਨ ਅੱਡ ਹੋ ਜਾਂਦੇ ਵੀ ਕਿਉਂਕਿ ਜਦੋਂ ਲਾਇਆ ਸੀਗਾ ਉਦੋਂ ਪਾਣੀ ਦਾ ਲੈਵਲ ਉੱਪਰ ਹੋਣਾ ਤੇ ਇੱਕ ਨਵਾਂ ਹੁੰਦਾ, ਹਨਾ, ਫਿਰ ਉਹ ਵੀਅਰ ਐਂਡ ਟੀਅਰ ਵੀ ਹੁੰਦੀ ਆ, ਤੇ ਉਹ ਫਿਰ ਹਰੇਕ ਸਾਲ ਡੂੰਘਾ ਕਰ ਲਿਆ, ਉਹ ਥੱਲੇ ਚਲਾਏਗਾ, ਮਲਟੀਪਲ ਰੀਜ਼ਨਸ, ਹਨਾ। ਉਹ ਆਪਾਂ ਨੂੰ ਦੇਖਣਾ ਚਾਹੀਦਾ ਵੀ ਆਪਣਾ ਪੰਪ ਐਫੀਸ਼ੀਐਂਟ ਆ ਪਹਿਲਾਂ ਤਾਂ, ਵੀ ਜਿਹੜੀ ਗੁੱਡ ਐਫੀਸ਼ੀਐਂਸੀ ਮੰਨੀ ਜਾਂਦੀ ਹੈ ਵੀ 70% ਹੋਵੇ, 70 ਔਰ ਅਬਾਵ, ਹਨਾ, 70 ਔਰ ਅਬਾਵ।
ਜੇ ਆਪਾਂ ਨਵੇਂ ਲਾਉਂਦੇ ਆ ਤਾਂ ਆਪਾਂ ਨੂੰ ਉਸ ਹਿਸਾਬ ਨਾਲ ਹੀ ਲਾਉਣਾ ਚਾਹੀਦਾ। ਹੂੰ, ਹੁਣ ਪੰਪ ਲਾਉਣਾ ਦੇਖੋ ਰਿਪਲੇਸ ਕਰਨਾ ਕਾਸਟ, ਹਾਂਜੀ, ਹਨਾ, ਉਹ ਬੰਦਾ ਕਹੂਗਾ ਮੈਂ ਵੀ ਬਦਲਾਂ, ਬਟ ਐਕਚੁਅਲੀ ਇਟ ਕਮਸ ਐਟ ਕਾਸਟ, ਹਨਾ। ਬਿਲਕੁਲ। ਇਹ ਹੋ ਗਿਆ ਨਾ ਉਹਦੀ ਇਨਵੈਸਟਮੈਂਟ। ਫਿਰ ਪੰਪ ਦੇ ਉੱਤੇ ਜਦੋਂ VFD ਜੇ ਲੱਗੀ ਆ ਤਾਂ ਜਿੰਨਾ ਜੇ ਤੁਸੀਂ ਇੱਕ ਸੈੱਟ 'ਚ ਘੱਟ ਚਲਾਉਂਦੇ ਆ ਜਾਂ ਤੁਸੀਂ ਰੈਂਪ ਅਪ ਐਂਡ ਡਾਊਨ ਕਰਦੇ ਆ ਜਾਂ ਜਦੋਂ ਤੁਸੀਂ ਮੋਟਰ ਔਨ ਹੀ ਕਰਦੇ ਆ ਜੇ VFD ਨਹੀਂ ਲੱਗੀ ਤਾਂ ਫੁੱਲ ਥਰੋਟਲ ਤੇ ਚੱਲਣੀ ਆ ਉਹ, ਤੇ ਜਿਹੜੀ ਤੁਹਾਡੀ ਜਿਹੜੀ ਪੀਕ ਡਿਮਾਂਡ ਆ ਉਹ ਜ਼ਿਆਦਾ ਆ ਜਾਣੀ ਆ, ਹਨਾ, ਤੇ ਉਹ 'ਚ ਤੁਹਾਡੇ ਡਿਮਾਂਡ ਚਾਰਜਸ ਜ਼ਿਆਦਾ ਲੱਗਣੇ ਨੇ। ਉਹ ਸਾਰੀਆਂ ਚੀਜ਼ਾਂ ਹੀ ਕੋਰਿਲੇਟਡ ਨੇ ਉਹਦੇ ਨਾਲ, ਪੰਪ ਨਾਲ, ਹਨਾ। ਤੇ ਫਿਰ ਤੁਸੀਂ ਪੰਪ ਰਿਪਲੇਸ ਕਰੋ ਤੇ VFD ਰਿਪਲੇਸ, ਹਨਾ। ਹੁਣ ਪੰਪ ਤੇ VFD ਰਿਪਲੇਸ ਕਰਨਾ ਇੱਕ ਬਹੁਤ ਐਕਸਪੈਂਸ ਆ ਕਿਸੇ ਵੀ ਖੇਤ ਲਈ। ਇਹ ਵੀ ਸਰਕਾਰ ਫੰਡਿੰਗ ਦਿੰਦੀ ਆ ਰਿਪਲੇਸ ਕਰਨ ਦੇ ਲਈ? ਉੱਥੇ ਹੀ ਆਪਾਂ ਉੱਥੇ ਹੀ ਚੱਲੇ ਹੁਣ। ਠੀਕ ਆ। ਇੰਨੀ ਫੰਡਿੰਗ ਸਰਕਾਰ ਕੋਲ ਹੈਗੀ ਹੈ ਇਹਨਾਂ ਕੰਮਾਂ ਲਈ, ਹਨਾ। ਕੱਲੇ ਸਟੇਟ ਨੇ ਇਸ ਸਾਲ ਦੇ ਵਿੱਚ 62-63 ਮਿਲੀਅਨ ਡਾਲਰ ਮੈਨੂੰ ਲੱਗਦਾ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਇਨਵੈਸਟ ਕਰਨਾ। ਇਹ ਇਕੱਲਾ ਕੈਲੀਫੋਰਨੀਆ ਦੀ ਗੱਲ ਕਰ ਰਹੇ ਆਪਾਂ? ਇਕੱਲੇ ਕੈਲੀਫੋਰਨੀਆ, ਨਾਲੇ ਇੱਕ ਸਟੇਟ ਦਾ ਹੀ ਹੈਗੀ ਆ ਫੰਡਿੰਗ, ਕੈਲੀਫੋਰਨੀਆ ਇਹ ਸਟੇਟ। ਕਿਹੜੇ ਗ੍ਰਾਂਟ ਦੇ ਅੰਡਰ ਆਉਂਦਾ ਹੈ? ਇਹ ਮਲਟੀਪਲ ਗ੍ਰਾਂਟਸ ਹੋ ਜਾਂਦੀਆਂ ਨੇ ਕਿਉਂਕਿ ਕਈ ਐਕਸਟ੍ਰੀਮ ਵੈਦਰ 'ਚ ਆ ਜਾਂਦੀਆਂ ਨੇ ਜਿਨ੍ਹਾਂ ਦੇ ਭਾਰ ਡੂੰਘੇ ਹੋ ਗਏ, ਹਨਾ, ਤੇ ਜਾਂ ਕਈ ਆ ਜਾਂਦੀਆਂ ਜਦੋਂ ਆਪਾਂ ਸਵੀਪ ਦੀ ਗੱਲ ਕਰਦੇ ਹੁੰਦੇ ਸੀ ਉਹਦੇ 'ਚ ਆ ਜਾਂਦੀਆਂ ਨੇ। ਸੋ ਫੰਡਿੰਗ ਅੱਡ-ਅੱਡ ਸਰੋਤਾਂ ਤੋਂ ਆ ਜਾਂਦੀ ਹੈ ਇਹਦੇ ਵਿੱਚ, ਹਨਾ। ਤੇ ਪਰ ਰਲਾ ਮਿਲਾ ਕੇ ਮੇਰਾ ਐਸਟੀਮੇਟ ਆ ਵੀ 60 ਤੋਂ 70 ਮਿਲੀਅਨ ਡਾਲਰ ਇਸ ਸਾਲ ਦੇ ਵਿੱਚ ਹੋਣੀ ਆ ਵੀ ਆਪਾਂ ਉਹਨੂੰ ਟਾਰਗੇਟ ਕਰੀਏ। ਸਾਡੀ ਹੁਣ ਸਮੱਸਿਆ ਇਹ ਹੁੰਦੀ ਆ ਵੀ ਪਹਿਲੀ ਗੱਲ ਤਾਂ ਸਾਨੂੰ ਪਤਾ ਹੀ ਨਹੀਂ ਹੁੰਦਾ ਵੀ ਸਾਡੀ ਪੰਪ ਦੀ ਐਫੀਸ਼ੀਐਂਸੀ ਕੀ ਹੈ, ਹਨਾ। ਨਾ ਸਾਡਾ ਬਿਜਲੀ ਦੇ ਬਿੱਲ ਤੇ ਕੰਟਰੋਲ ਹੁੰਦਾ ਸੀ। ਇਹ ਮੰਨੀ PG&E ਨੂੰ ਹਰੇਕ ਵਾਰ ਕਹਿ ਦਿੰਦੇ ਆ ਵੀ PG&E ਰੇਟ ਚੱਕੀ ਜਾਂਦੀ ਹੈ, ਬਿੱਲ ਵਧੀ ਜਾਂਦੇ ਆ, ਬਟ ਆਪਾਂ ਕੀ ਕਰ ਰਹੇ ਹਾਂ ਉਹਨਾਂ ਚੀਜ਼ਾਂ ਨੂੰ, ਹਨਾ। ਹੋ ਸਕਦਾ ਆਪਾਂ ਵੀ ਕੋਈ ਚੀਜ਼ਾਂ ਗਲਤ ਕਰ ਰਹੇ ਹਾਂ। 20-30% ਸਰ ਸਾਡੀਆਂ ਹੈਬਿਟ ਚੇਂਜ ਕਰਨਾ ਹੀ ਉਹ ਵੱਧ ਜੇ ਘੱਟ ਜੇ ਆਪਣਾ ਬਿੱਲ। ਹੈਬਿਟ ਚੇਂਜ ਕਰਨਾ ਮਤਲਬ ਵੀ ਕਦੋਂ ਪੰਪ ਚਲਾਉਣਾ, ਕਦੋਂ ਬੰਦ ਕਰਨਾ, ਹਨਾ। ਤੇ ਇਹਨਾਂ ਚੀਜ਼ਾਂ ਨਾਲ ਤੇ ਇਹਨਾਂ ਚੀਜ਼ਾਂ ਨਾਲ ਆਪਾਂ ਨੂੰ ਕਾਫੀ ਫਰਕ ਪੈ ਜਾਂਦਾ। ਤੇ ਹੁਣ ਜਿਹੜਾ ਸਟੇਟ ਤੇ ਫਿਰ ਫੈਡਰਲ ਦੀ ਫੰਡਿੰਗ ਆ ਸੇਮ ਇਸ਼ੂ ਲਈ ਵੀ ਤੁਸੀਂ VFDs ਲਵਾ ਸਕਦੇ ਆ, ਪੰਪ ਐਫੀਸ਼ੀਐਂਸੀ ਕਰ ਸਕਦੇ ਆ। ਪੰਪ ਟੈਸਟ ਤੁਹਾਡੇ ਜਿਹੜੇ ਸਰਵਿਸ ਪ੍ਰੋਵਾਈਡਰ ਆ ਉਹ ਫ੍ਰੀ ਕਰ ਦਿੰਦੇ ਨੇ, ਹਨਾ। ਠੀਕ ਹੈ। ਤੁਹਾਨੂੰ ਬਿਨਾਂ ਪੈਸੇ ਲਾਏ ਦੇ ਵਿੱਚ ਲਾ ਕੇ ਤੁਹਾਨੂੰ ਆਪਦੇ ਜਿਹੜੇ ਇਨਫਰਾਸਟ੍ਰਕਚਰ 'ਚ ਅਪਗ੍ਰੇਡ ਹੁੰਦੀ ਆ ਉਹਨੇ ਅਲਟੀਮੇਟਲੀ ਤੁਹਾਡੀ ਲੌਂਗ ਟਰਮ ਤੁਹਾਡੀਆਂ ਜਿਹੜੀਆਂ ਇਨਪੁਟ ਕਾਸਟ ਘਟਾ ਦਿੰਦੀ। ਨਾਲੇ ਇੱਕ ਤਾਂ ਨਵਾਂ ਹੋ ਜਾਂਦਾ, ਇਨਫਰਾਸਟ੍ਰਕਚਰ ਨਵਾਂ ਹੋ ਜਾਂਦਾ, ਰੀਨਿਊ ਕਾਈਂਡ ਆਫ ਹੋ ਜਾਂਦਾ, ਤੇ ਉਹਦੇ ਨਾਲ ਫਿਰ ਉਹ ਸਾਰਾ ਕੁਛ ਜਿਹੜਾ ਉਹ ਵੱਧ ਜਾਂਦਾ ਆ। ਤੇ ਗ੍ਰਾਂਟਾਂ ਬਾਰੇ ਜਿੱਦਾਂ ਤੁਸੀਂ ਦੱਸਦੇ ਰਹਿੰਦੇ ਹੋ, ਹੁਣ ਮੈਨੂੰ ਲੱਗਦਾ ਅਰਸ਼ਦੀਪ ਸਿੰਘ ਸਭ ਤੋਂ ਜ਼ਿਆਦਾ ਵੱਡੀ ਜਿਹੜੀ ਪ੍ਰੋਬਲਮ ਕਿਸਾਨਾਂ ਨੂੰ ਇਹ ਆਉਂਦੀ ਆ, ਉਹਨਾਂ ਨੂੰ ਜਾਂ ਤਾਂ ਫਿਰ ਪਤਾ ਨਹੀਂ ਲੱਗਦਾ ਕਿੱਦਾਂ ਆ, ਜਾਂ ਉਹ ਆਪਣਾ ਪੇਪਰ ਵਰਕ ਦੇ ਵਿੱਚ ਕਿਤੇ ਢਿੱਲੇ ਰਹਿ ਜਾਂਦੇ ਆ ਵੀ ਤਰੀਕਾਂ ਕਦੋਂ ਆਉਣੀਆਂ ਆ, ਕਦੋਂ ਭਰਨਾ ਆ ਗ੍ਰਾਂਟ ਇਹਦੇ ਲਈ, ਕਦੋਂ ਇਹ ਚੀਜ਼ ਮਿਲਣੀ ਆ। ਉੱਥੇ ਜਾ ਕੇ ਕਿਤੇ ਨਾ ਕਿਤੇ ਜਾਂ ਭੁਲੇਖੇ 'ਚ ਰਹਿ ਜਾਂਦੇ ਆ ਜਾਂ ਲੇਟ ਹੋ ਜਾਂਦੇ ਆ। ਹਾਂਜੀ, ਨਹੀਂ ਸਾਰੀਆਂ ਚੀਜ਼ਾਂ ਹੀ ਜਿੰਨੀਆਂ ਤੁਸੀਂ ਕਹੀਆਂ ਨਾ, ਸਗੋਂ ਇੱਕ ਦੋ ਚੀਜ਼ਾਂ ਹੋਰ ਵੀ ਨੇ ਇਹਦੇ ਵਿੱਚ। ਪਤਾ ਹੋਣ ਦੇ ਕਾਰਨ ਵੀ ਕਈ ਵਾਰ ਐਕਸ਼ਨ ਨਹੀਂ ਲੈਂਦੇ। ਕਈ ਵਾਰ ਸਾਰੀਆਂ ਚੀਜ਼ਾਂ ਦੱਸ ਵੀ ਦਈਦੀਆਂ ਨੇ ਵੀ ਆਹ ਟਾਈਮ ਤੇ ਆਹ ਚੀਜ਼ਾਂ ਨੇ, ਉਹ ਮੈਂ ਉੱਧਰ ਬਿਜ਼ੀ ਸੀਗਾ ਜਾਂ ਮੇਰੇ ਤੋਂ ਨਹੀਂ ਪ੍ਰਾਇਓਰਟੀ ਨਹੀਂ ਹੈਗੀ, ਜਾਂ ਲੱਗਦਾ ਹੁੰਦਾ ਵੀ ਨਹੀਂ ਯਾਰ ਮੇਰਾ ਤਾਂ ਠੀਕ ਹੀ ਆ, ਹਨਾ, ਸਾਰਾ ਕੁਛ। ਸੋ ਕਾਫੀ ਚੀਜ਼ਾਂ ਇਕੱਠੀਆਂ ਹੋ ਜਾਂਦੀਆਂ ਨੇ, ਬਟ ਹਾਂ ਆਪਾਂ ਨੂੰ ਇਹ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ। ਦੇਖੋ ਜਿਹੜੇ ਫੰਡਿੰਗ ਦੇ ਵੱਡੇ ਚੰਕ ਆਉਂਦੇ ਨੇ ਇਹ ਹਰੇਕ ਐ ਨਹੀਂ ਵੀ ਕੰਸਿਸਟੈਂਟਲੀ ਹਰੇਕ ਸਾਲ ਆਈ ਜਾਂਦੇ, ਡਿਪੈਂਡਿੰਗ ਕਦੀ-ਕਦੀ ਆਉਣੇ ਹੁੰਦੇ ਇਹਨਾਂ ਦਾ। ਸਟੇਟ ਦਾ ਬਜਟ ਕਿਵੇਂ ਰਨ ਕੀਤਾ, ਪਿਛਲੇ 2-4 ਸਾਲ ਕਿਵੇਂ ਲੰਘੇ ਆ, ਜਾਂ ਐਤਕੀ ਜਿਹੜੇ ਪ੍ਰੌਪ 4 ਵਾਲੀ ਫੰਡਿੰਗ ਆ ਗਈ ਉਹ 'ਚੋਂ ਜਿਹੜੀ 250 ਮਿਲੀਅਨ ਇੱਧਰ ਨਿਕਲਿਆ। ਸੋ ਸਾਰੀਆਂ ਚੀਜ਼ਾਂ ਹੀ ਕੰਬਾਈਨ ਕਰਦੇ। ਸੋ ਕਹਿਣ ਦਾ ਮਤਲਬ ਇਹ ਹੈ ਵੀ ਜੇ ਮੌਕਾ ਹੈ ਤਾਂ ਛੱਡੋ ਨਾ ਉਹਨੂੰ, ਆਪਦੇ ਇਨਫਰਾਸਟ੍ਰਕਚਰ ਤੇ ਇਨਵੈਸਟ ਕਰੋ, ਹਨਾ। ਤੇ ਹੁਣ ਇਹਦੇ 'ਚ ਹਜੇ ਆਪਾਂ ਮੈਨੂੰ ਲੱਗਦਾ ਵੀ ਉਦੋਂ ਤੁਸੀਂ 1-2 ਹਫ਼ਤੇ ਪਹਿਲਾਂ ਜਿਹੜਾ ਸ਼ੋਅ ਕੀਤਾ ਸੀਗਾ ਦਇਆਦੀਪ ਸਿੰਘ ਨਾਲ, ਉਹਦੇ 'ਚ ਕੁਛ ਕੁ ਚੀਜ਼ਾਂ ਇਹ ਟੱਚ ਕੀਤੀਆਂ ਸੀਗੀਆਂ ਆਟੋਮੇਸ਼ਨ ਵਾਲੀਆਂ, ਹਨਾ। ਆਟੋਮੇਸ਼ਨ, ਬਿਲਕੁਲ। ਹਾਂ, ਆਟੋਮੇਸ਼ਨ ਚਲੋ ਆਪਾਂ ਅੱਜ ਉਹਦੇ ਤੇ ਡਿਟੇਲ 'ਚ ਨਹੀਂ ਜਾਂਦੇਗੇ, ਬਟ ਤੀਜਾ ਫਿਰ ਇਹਦਾ ਆ ਜਾਂਦਾ ਪੰਪ ਆ ਗਿਆ, ਫਿਰ ਉਹ ਤੇ VFD ਆ ਗਈ, ਫਿਰ ਉਹਦੀ ਆਟੋਮੇਸ਼ਨ ਆ ਗਈ, ਹਨਾ। ਆਟੋਮੇਸ਼ਨ 'ਚ ਵੀ ਜਿਹੜਾ ਰੂਲ ਆਫ ਥੰਬ ਆ ਵੀ 10 ਤੋਂ 12% ਉਹ ਤੁਹਾਡੀ ਸੇਵਿੰਗ ਕਰ ਦਿੰਦੇ ਨੇ ਜੇ ਤੁਹਾਡਾ ਆਟੋਮੇਟਡ ਆ। ਐਨਰਜੀ ਕਾਸਟ ਦੀ, ਐਨਰਜੀ ਕਾਸਟ ਪਲੱਸ ਵਾਟਰ ਯੂਜ਼ੇਜ, ਦੋਨੋਂ ਚੀਜ਼ਾਂ ਮੈਂ ਦੋ ਪਾਸਿਓਂ ਫਿਰ ਸੇਵਿੰਗ ਆ ਉਹਦੀ। ਹਾਂ, ਠੀਕ ਹੈ ਨਾ। ਸੋ ਤੁਹਾਡਾ ਸਿਸਟਮ ਆਪਟੀਮਲ ਆ। ਜਿਹਨੂੰ ਜ਼ਿਆਦਾ ਖੇਤਾਂ 'ਚ ਰਾਜਸਥਾਨ 'ਚ ਜੋ ਜਾਣਦੇ ਆ ਨਾ, ਤਾਂ ਮੈਨੂੰ ਬਹੁਤ ਮੌਕਾ ਮਿਲਦਾ, ਲਗਭਗ ਮੈਂ ਹਰੇਕ ਵੀ ਖੇਤ 'ਚ ਹੁੰਦਾ ਕਿਸੇ ਨਾ ਕਿਸੇ ਦੇ। ਹਾਂਜੀ ਜੀ। ਉੱਥੇ ਇਵੇਂ ਹੀ ਹੁੰਦਾ ਵੀ ਸਿੱਧਾ ਸਿਸਟਮ ਲੱਗਿਆ ਹੁੰਦਾ, ਮਤਲਬ ਪੰਪ ਲੱਗਿਆ, ਇੱਕ ਬੋਰ ਲੱਗਿਆ,
ਜੇ ਫਲੱਡ ਚਲੋ ਨਹੀਂ ਹੋਊਗਾ ਤਾਂ ਜੇ ਡ੍ਰਿਪ ਵੀ ਲੱਗੀ ਆ ਤਾਂ ਡ੍ਰਿਪ ਲੱਗੀ ਆ ਤੇ ਫਿਲਟਰਾਂ ਥਰੂ ਜਾ ਰਿਹਾ। ਇਹੀ ਸਾਰਿਆਂ ਦੇ ਸੈਟਅਪ ਹੁੰਦਾ। ਆਈ ਵਿਲ ਸੇ 80% ਬੰਦਿਆਂ ਦਾ ਇਹ ਸੈਟਅਪ ਹੁੰਦਾ। ਠੀਕ ਹੈ। ਕੁਛ ਕੁ ਬੰਦੇ ਨੇ ਜਿਨ੍ਹਾਂ ਦੇ ਵਿੱਚ ਕੋਈ ਨਾ ਕੋਈ ਬਫਰ ਜ਼ੋਨ ਹੁੰਦਾ, ਜਿਵੇਂ ਕਿਸੇ ਨੇ ਪਾਣੀ ਦਾ ਰਿਜ਼ਰਵਾਇਰ ਬਣਿਆ ਤੇ ਕਿਸੇ ਦੀ ਕੋਈ ਆਟੋਮੇਸ਼ਨ ਆ, ਕਿਸੇ ਨੇ ਕੋਈ ਸੈਂਸਰ ਲੱਗੇ ਹੋ ਸਕਦੇ ਆ, ਪਰ ਵਰਤਣੇ ਹੋਰ ਗੱਲ ਆ, ਹਨਾ। ਕਿਉਂਕਿ ਲੱਗ ਤਾਂ ਜਾਂਦੇ ਆ NRCS ਦੀਆਂ ਗ੍ਰਾਂਟਸ ਦੇ ਵਿੱਚ ਸਾਰੇ, ਜਦੋਂ ਇਰੀਗੇਸ਼ਨ ਪਾਉਂਦੇ ਉਦੋਂ ਫੋਰਸ ਕਰ ਦਿੰਦੇ ਆ ਤੁਹਾਨੂੰ ਲਾਉਣ, ਉਦੋਂ ਬੰਦਾ ਲਾ ਜਾਂਦਾ, ਪਰ ਯੂਜ਼ ਯੂਜ਼ ਕਰਦੇ ਨਹੀਂ ਪਰ ਉਹਨੂੰ। ਹਾਂ, ਸੋ 20% ਬੰਦੇ ਹੀ ਆ ਜਿਹੜੇ ਜਿਨ੍ਹਾਂ ਕੋਲ ਫਿਰ ਇਹ ਵੀ ਨਹੀਂ ਗਾ ਵੀ ਉਹ 20% ਕੋਲ ਸਾਰੀਆਂ ਦੂਜੀਆਂ ਆਪਸ਼ਨਸ ਹੈਗੀਆਂ ਨੇ। ਉਹਨਾਂ ਕੋਲ ਕਿਸੇ ਕੋਈ ਸੈਂਸਰ ਲੱਗੇ ਹੋਏ ਆ, ਕਿਸੇ ਕੋਲ VFD ਲੱਗੀ ਹੋਈ ਆ, ਹਨਾ। ਤੇ 1% ਤੋਂ ਘੱਟ ਲੋਕਾਂ ਦੇ ਸੋਲਰ ਲੱਗਿਆ ਹੋਇਆ, 1% ਹੀ ਕਹੂੰਗਾ ਮੈਂ। 1% ਤੋਂ ਵੀ ਘੱਟ। ਹਾਂਜੀ, ਤੇ ਇਹ ਸਾਰੀਆਂ ਚੀਜ਼ਾਂ ਮੈਟਰ ਕਰਦੀਆਂ ਸਰ। ਹੁਣ ਤੁਸੀਂ ਇਹ ਦੇਖੋ ਵੀ ਜੇ ਮੰਨ ਲਓ ਵੀ ਤੁਸੀਂ ਆਪਾਂ ਜਿਹੜੇ ਵਰਸ ਏਰੀਆ ਦੀ ਨਾਂ ਦੀ ਗੱਲ ਕਰੀਏ, ਆਪਾਂ ਨਾਰਮਲ ਏਰੀਆ ਦੀ ਗੱਲ ਕਰੀਏ ਜਿੱਥੇ ਪਾਣੀ 100 ਸਵਾ 100 ਫੁੱਟ ਡੂੰਘਾ, ਹਨਾ, 20 ਤੋਂ ਤੁਹਾਡਾ 25 ਇਲਾਕਾ ਹੀ ਆ ਮਤਲਬ। ਹਾਂ 20-25-30 ਹਾਰਸ ਪਾਵਰ ਦੀ ਮੋਟਰ ਲੱਗੀ ਆ ਤੇ ਪੰਪ ਲੱਗਿਆ, ਹਨਾ। ਤੇ ਉਹਨਾਂ ਦਾ ਵੀ ਸਾਲ ਦਾ ਜੇ ਤੁਹਾਡਾ 25 ਹਾਰਸ ਪਾਵਰ ਦੀ ਮੋਟਰ ਲੱਗੀ ਆ ਤਾਂ 20 ਏਕੜ ਦਾ ਰੇਂਜ ਹੋਊਗੀ। ਜੇ 40 ਦੀ ਆ ਤਾਂ ਡਬਲ ਹੋ ਜਾਊਗਾ, ਹਨਾ, ਕਿਉਂਕਿ 2 ਸੈਟ ਚਲਾਉਣਗੇ। ਤੇ ਉਹਨਾਂ ਦਾ ਵੀ ਸਾਲ ਦਾ 12 ਤੋਂ 15,000 ਰੁਪਇਆ ਬਿਜਲੀ ਦਾ ਬਿੱਲ ਆਉਂਦਾ 20 ਏਕੜ ਵਾਲਾ। ਜੇ 40 ਆ ਤਾਂ ਇਹੀ ਡਬਲ ਹੋ ਜਾਂਦਾ। ਠੀਕ ਹੈ ਜੀ। ਸੋ ਜੇ 20 ਏਕੜ ਦਾ ਸਾਲ ਦਾ 12,000 ਰੁਪਇਆ ਬਿੱਲ ਆਉਂਦਾ, ਤੁਸੀਂ ਇਹ ਦੇਖੋ ਵੀ 600 ਰੁਪਇਆ ਇੱਕ ਵਿੱਚ ਇਹ ਐਡ ਹੋ ਗਿਆ, ਹਨਾ, ਤੇ ਜਾਂ 60 ਰੁਪਏ ਹੋ ਗਏ, ਹਨਾ। ਤੇ ਇਹ ਸਾਰੀਆਂ ਚੀਜ਼ਾਂ ਮੈਟਰ ਕਰਦੀਆਂ। ਤੁਸੀਂ ਇਹਨੂੰ ਕਿਵੇਂ ਸੇਵ ਕਰ ਸਕਦੇ ਹੋ? ਇਹ ਤੇ ਸੋਲਰ ਲਾਓ। ਹੁਣ ਸੋਲਰ ਅਗਲਾ ਕਹਿੰਦਾ ਯਾਰ ਸੋਲਰ ਬੜਾ ਐਕਸਪੈਂਸਿਵ ਆ, ਮੈਂ ਵਿੱਚ ਐਗਰੀ, ਸੋਲਰ ਸਸਤੇ ਨਹੀਂ ਹੈਗੇ, ਬਹੁਤ ਮਹਿੰਗੇ ਆ, ਹਨਾ। ਖਾਸ ਕਰਕੇ ਹੁਣ ਜੋ ਉਹਦੀ ਨੈਮ ਵਾਲੀ ਚੇਂਜਸ ਹੋਈਆਂ ਨੇ, ਹੁਣ ਉਹਨੀ ਸੇਵਿੰਗਸ ਵੀ ਨਹੀਂ ਹੁੰਦੀਆਂ ਗਈਆਂ, ਅੱਗੇ ਡਾਇਰੈਕਟ ਸੇਵਿੰਗਸ ਹੋ ਜਾਂਦੀਆਂ ਸੀ। ਪਰ ਉਦੋਂ ਮੈਨੂੰ ਲੱਗਦਾ ਦਇਆਦੀਪ ਸਿੰਘ ਨੇ ਵੀ ਇਸ ਬਾਰੇ ਗੱਲ ਕੀਤੀ ਸੀਗੀ, ਮੈਂ ਜਿੰਨਾ ਕੁ ਪ੍ਰੋਗਰਾਮ ਆਇਆ ਸੁਣਿਆ ਸੀ। ਸੋਲਰ ਲਾਉਣ ਦੇ ਬਾਵਜੂਦ ਵੀ ਬਿੱਲ ਵੱਧ ਆ ਜਾਂਦੇ ਆ। ਬਿੱਲ ਵੱਧ ਆਏ ਨੇ, ਉਹਦੇ ਲਈ ਪੀਕ ਕੰਜ਼ੰਪਸ਼ਨ ਜਿਹੜੀ ਉਹ ਵੱਧ ਆ ਜਾਂਦੀ ਆ। ਬਿਲਕੁਲ, VFD ਆਟੋਮੇਸ਼ਨ ਉਹ ਜ਼ਰੂਰੀ ਆ ਸੋਲਰ ਦੇ। ਉਹ ਤੋਂ ਬਗੈਰ ਉਹਨੇ ਫਾਇਦਾ ਨਹੀਂ ਫਿਰ। ਹਾਂ, ਜੇ ਆਟੋਮੇਸ਼ਨ ਨਹੀਂ ਲੱਗੀ ਘੱਟੋ ਘੱਟ VFD ਤਾਂ ਜ਼ਰੂਰ ਹੋਣੀ। ਜੇ VFD ਨਹੀਂ ਲੱਗੀ ਤੇ ਤੁਹਾਡੇ ਸੋਲਰ ਲੱਗਿਆ ਕੋਈ ਫਰਕ ਨਹੀਂ ਆ ਨਵੇਂ, ਉਹ ਤਾਂ ਫਿਰ ਨਾ ਹੀ ਲਵਾਓ, ਉਹ ਮਤਲਬ ਵੇਸਟ ਆਫ ਮਨੀ ਹੈ। ਹਨਾ। ਹੁਣ ਇਹ ਸਾਰੀਆਂ ਹੁਣ ਆਪਾਂ ਦੇਖੋ ਪਹਿਲਾਂ ਮਿੱਟੀ ਦੀ ਗੱਲ ਕੀਤੀ ਸੀ, ਫਿਰ ਆਪਾਂ ਕਿਹਾ ਵੀ ਆਪਾਂ ਪਾਣੀ ਦੀ ਗੱਲ ਕਰਦੇ ਹਾਂ। ਹੁਣ ਪਾਣੀ 'ਚ ਦੇਖੋ ਕਿੰਨੀਆਂ ਚੀਜ਼ਾਂ ਆ ਗਈਆਂ, ਪੰਪ ਆ ਗਿਆ, ਫਿਰ ਉਹਦੀ VFD ਆ ਗਈ, ਆਟੋਮੇਸ਼ਨ ਆ ਗਈ, ਸੋਲਰ ਆ ਗਿਆ। ਫਿਰ ਉਹਨਾਂ ਦੇ ਕਿਵੇਂ ਸਕੇਜੂਲ ਬਣਨੇ ਆ, ਇਹ ਤੇ ਵੀ ਦਇਆਦੀਪ ਨਾਲ ਕਾਫੀ ਗੱਲ ਕੀਤੀ ਸੀ, ਜਿਹਦੇ ਨਾਲ ਮੈਂ 100% ਸਹਿਮਤ ਹਾਂ। ਸਕੇਜੂਲ ਅੱਗੇ ਹੁੰਦਾ ਸੀ ਜਿਹੜਾ ਗਰੋਅਰ ਬਣਾਉਂਦਾ ਸੀਗਾ ਵੀ ਆਪਦੀ ਈਜ਼ ਦੇ ਹਿਸਾਬ ਨਾਲ। ਯਾਰ ਮੰਨ ਲਓ ਮੈਂ ਖੇਤ ਤੋਂ ਮਤਲਬ ਐਸੇ ਮੇਰਾ ਖੇਤ ਮੇਰੇ ਤੋਂ ਅੱਧਾ ਘੰਟਾ ਦੂਰ ਆ ਤੇ ਮੈਂ 7 ਵਜੇ ਦਾ ਟਾਈਮਰ ਲਾ ਆਉਂਦਾ ਸੀ, 7 ਵਜੇ ਚਲਾ ਜਾਂਦਾ ਸੀ ਖੇਤ, ਮੈਂ ਦੇਖ ਲੈਂਦਾ ਸੀ ਸ਼ਾਮ, ਹਨਾ। ਜਾਂ ਕੋਈ ਜੇ ਕੋਈ ਨੇੜੇ ਰਹਿੰਦਾ ਸੀ ਤਾਂ ਉਹ ਕਹਿੰਦਾ ਸੀ ਮੈਂ ਤਾਂ ਉੱਥੇ ਅਰਲੀ ਹੋਈ ਹੁੰਦਾ, ਮੈਂ ਤਾਂ ਕੋਲੇ ਹੀ ਰਹਿੰਦਾ ਤੇ ਮੈਂ 5 ਵਜੇ ਸ਼ੁਰੂ ਕਰ ਦਿੰਦਾ। ਆਪਣੀ ਈਜ਼ ਦੇ ਹਿਸਾਬ ਨਾਲ ਸੋਲਰ ਲੱਗਦਾ ਸੀ। ਉਹਦੇ 'ਚ ਇੱਕੋ ਹੀ ਕੰਡੀਸ਼ਨ ਹੁੰਦੀ ਸੀ ਵੀ ਪੀਕ ਆਵਰਸ ਦੇ ਵਿੱਚ ਅਸੀਂ ਮੋਟਰ ਨਾ ਚਲਾਈਏ। ਇਹ ਸਾਰਿਆਂ ਨੂੰ ਲਗਭਗ ਸਾਰੇ ਰੋਡਸ ਨੂੰ ਪਤਾ ਵੀ ਪੀਕ ਆਵਰਸ ਦੇ ਵਿੱਚ ਮੋਟਰ ਨਾ ਚਲਾਈਏ, ਅਨਲੈਸ ਕਿ ਆਪਾਂ ਨੂੰ ਚਾਹੀਦਾ ਵੀ ਆਪਣਾ ਪਾਣੀ ਨਹੀਂ ਪੂਰਾ ਹੋ ਰਿਹਾ, ਮਜਬੂਰੀ ਆ। ਹਾਂ 20 ਘੰਟੇ 'ਚ ਪਾਣੀ ਨਹੀਂ ਪੂਰਾ ਹੋ ਰਿਹਾ, ਸੋ 4 ਘੰਟੇ ਪੀਕ ਵਾਲੇ ਚਲਾਉਣੇ ਪੈਂਦੇ। ਠੀਕ ਹੈ ਨਾ। ਤੇ ਪਰ ਹੁਣ ਜਿਹੜੀ ਨਵੀਂ ਚੀਜ਼ ਆ ਜਦੋਂ ਤੁਸੀਂ ਦੇਖਦੇ ਆ, ਉਹਦੇ ਨਾਲ ਆਪਾਂ ਨੂੰ ਈਜ਼ ਤੇ ਨਹੀਂ ਡਿਪੈਂਡ ਕਰਨਾ ਆਪਣਾ ਸਕੇਜੂਲ। ਆਪਣਾ ਸਕੇਜੂਲ ਡਿਪੈਂਡ ਕਰਨਾ ਆਪਣੀ ਆਪਟੀਮਾਈਜੇਸ਼ਨ ਤੇ। ਕਿਹੜਾ ਟਾਈਮ ਸਭ ਤੋਂ ਸਸਤੀ ਬਿਜਲੀ ਆ ਉਦੋਂ ਬੰਦਾ ਲਾਵੇ, ਜਦੋਂ ਨਾ ਹੋਵੇ ਉਦੋਂ ਲਾਵੇ। ਜੇ ਤੁਹਾਡਾ ਸੋਲਰ ਲੱਗਿਆ, ਤੁਹਾਡਾ ਸੋਲਰ NEM 2 'ਚ ਲੱਗਿਆ ਕਿ NEM 3 'ਚ ਲੱਗਿਆ, NEM 2 ਵਾਲਾ ਮੋਟਰ ਰਾਤ ਨੂੰ ਵੀ ਔਨ ਕਰ ਸਕਦਾ ਅਰਲੀ ਮਾਰਨਿੰਗ, NEM 3 ਵਾਲੇ ਨੂੰ ਵੇਟ ਕਰਨੀ ਪੈਣੀ ਹੈ ਜਦੋਂ ਸੂਰਜ ਬਾਹਰ ਨਿਕਲਦਾ। ਹੁਣ ਤੁਸੀਂ ਰੋਜ਼ ਜਾ ਕੇ ਚੇਂਜ ਕਰ ਨਹੀਂ ਸਕਦੇ ਟਾਈਮ, ਉਹ ਤੁਹਾਡਾ ਫਿਰ ਆਟੋਮੇਸ਼ਨ ਨਾਲ ਕਨੈਕਟ ਹੋਣਾ ਚਾਹੀਦਾ, ਸੈਂਸਰ ਲੱਗਿਆ ਹੁੰਦਾ ਉੱਤੇ ਤੇ ਉਹ ਦੱਸ ਦਿੰਦਾ ਵੀ ਸਨ ਇਜ਼ ਆਊਟ ਨਾ, ਸੋਲਰ ਔਨ ਹੋ ਗਿਆ, ਹੁਣ ਵੀ ਇਹ ਮੋਟਰ ਵੀ ਔਨ ਹੋ ਜੂਗੀ, ਚੱਕੋ ਫੱਟੇ। ਹਾਂ, ਫਿਰ ਮੋਟਰ ਵੀ ਉਵੇਂ ਰੈਂਪ ਕਰੋ ਵੀ ਅਰਲੀ ਮਾਰਨਿੰਗ ਦੇ ਵਿੱਚ ਘੱਟ ਸਪੀਡ ਤੇ ਚੱਲੇ ਥੋੜੀ ਜਿਹੀ। ਜਦੋਂ ਗਰਮੀਆਂ 'ਚ, ਹੁਣ ਆਪਾਂ ਗਰਮੀਆਂ 'ਚ ਪਾਣੀ ਚਲਾਉਂਦੇ ਆ, ਮਈ ਜੂਨ ਜੁਲਾਈ 'ਚ ਤਾਂ 7 ਵਜੇ 6 ਵਜੇ ਪੂਰਾ ਸੂਰਜ ਚੜਿਆ ਹੁੰਦਾ ਜ਼ੋਰਾਂ ਸ਼ੋਰਾਂ ਨਾਲ, ਉਹ ਫੁੱਲ ਸਪੀਡ ਤੇ ਹੋ ਜੇ ਤੇ 4 ਵਜੇ ਤੋਂ ਪਹਿਲਾਂ ਰੈਂਪ ਡਾਊਨ ਹੋ ਕੇ ਤੁਹਾਡਾ ਉਹ ਹੋ ਜੇ, ਕਲੋਜ਼ ਹੋ ਜੇ। ਠੀਕ ਹੈ। ਹੁਣ ਇੱਕ ਟਾਈਮ ਘਟਾ ਦੇਵੇ ਫਿਰ ਮੁੜ ਦੁਬਾਰਾ ਚਾਲੂ ਕਰ ਲਵੇ। ਹਾਂ, ਕਈਆਂ ਦੇ ਮਲਟੀਪਲ ਵੈਲਸ ਨੇ, ਉਹ ਸਿਰਫ ਇੱਕ ਵੈਲ ਚਲਾਉਂਦੇ ਨੇ ਪਰ ਉਹਨੂੰ ਚਲਾਈ ਜਾਂਦੇ 24 ਘੰਟੇ।
ਆਪਣੀ ਹੁਣ ਹੋ ਸਕਦਾ ਜਿਹੜੀ ਆਪਣੀ ਆਪਟੀਮਲ ਡਿਮਾਂਡ ਆ ਉਹ ਇਹ ਹੋਵੇ ਵੀ ਭਾਈ ਅਸੀਂ ਰਾਦਰ ਕਿ 1 ਵੈਲ ਚਲਾਈਏ, ਆਪਾਂ ਨੂੰ 2 ਵੈਲ ਚਲਾਉਣੇ ਪੈਣੇ ਨੇ, ਪਰ ਸਵੇਰੇ 6 ਵਜੇ ਤੋਂ ਲੈ ਕੇ 4 ਵਜੇ ਤੀਕ ਚਲਾਉਣੇ ਆ, ਆਪਾਂ 1 ਵੈਲ ਰਾਦਰ ਕਿ 20 ਘੰਟੇ ਚਲਾਈਏ। ਉਹ ਸਾਰੀਆਂ ਚੀਜ਼ਾਂ ਆਪਾਂ ਨੂੰ ਆਪ ਨੂੰ ਦੇਖਣੀਆਂ ਪੈਣੀਆਂ। ਦੇਖੋ ਹੁਣ ਇਹ ਹੈਬਿਟ ਦੀ ਗੱਲ ਜਦੋਂ ਆਪਾਂ ਕਹਿੰਦੇ ਹਾਂ ਆਪਣੀ ਹੈਬਿਟ ਚੇਂਜ, ਮੈਂ ਇਹੀ ਚੀਜ਼ ਕਹਿਣਾ ਚਾਹੁੰਦਾ ਸੀ। ਇਹਦੇ ਨਾਲ ਕੁਛ ਕਰਨ ਦੀ ਲੋੜ ਨਹੀਂ, ਤੁਸੀਂ ਇਕੱਲੀਆਂ ਆਪਣੀਆਂ ਹੈਬਿਟਸ ਚੇਂਜ ਕਰਨੀਆਂ। ਹੂੰ, 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 ਹੂੰ। ਤਾਂ ਮਿੱਟੀ ਦਾ ਆਪਾਂ ਕਵਰ ਕਰ ਲਿਆ, ਪਾਣੀ ਜੀ। ਦਾ ਲਗਭਗ ਹੋ ਗਿਆ, ਜੇ ਆਪਾਂ ਜ਼ਿਆਦਾ ਨਾ ਡਿਟੇਲ 'ਚ ਹੋਰ 'ਚ ਜਾਈਏ, ਹੈ ਨਾ? ਤੇ ਆਪਾਂ ਇੱਕ ਇਹਦੇ ਬ੍ਰੇਕ ਲੈ ਲੈਂਦੇ ਹਾਂ ਤੇ ਫਿਰ ਆਪਾਂ ਇਸ ਤੋਂ ਅਗਲੀ ਜਿਹੜੀ ਰੁੱਖਾਂ ਦੀ ਗੱਲ ਆ ਫਿਰ ਉਹਦੇ ਵੱਲ ਨੂੰ ਵੀ ਆਪਾਂ ਵੱਧਦੇ ਹਾਂ। ਤੇ ਠੀਕ ਹੈ ਜੀ। ਹੋਰ ਇਹਦੇ ਵਿੱਚ ਜਿਹੜੀਆਂ ਚੀਜ਼ਾਂ ਆ ਇਨਫਰਾਸਟ੍ਰਕਚਰ 'ਚ ਕਿਹੜੀਆਂ ਅਪਗ੍ਰੇਡ ਆਪਾਂ ਕਰ ਸਕਦੇ ਹਾਂ, ਕਿਹੜੀਆਂ ਚੀਜ਼ਾਂ 'ਤੇ ਧਿਆਨ ਦੇਈਏ, ਉਹਦੇ ਬਾਰੇ ਚਰਚਾ ਜਾਰੀ ਰੱਖਾਂਗੇ। ਮਿਲਦੇ ਹਾਂ ਇੱਕ ਕਮਰਸ਼ੀਅਲ ਬ੍ਰੇਕ ਤੋਂ ਬਾਅਦ 'ਚ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਕਰਦੇ ਹਾਂ। ਸੋ ਪ੍ਰੋਗਰਾਮ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਅਪਡੇਟ ਫਾਰਮਿੰਗ। ਜੁੜ ਚੁੱਕੇ ਨੇ ਆਪਣੇ ਨਾਲ ਇੱਕ ਵਾਰੀ ਫਿਰ ਅਰਸ਼ਦੀਪ ਸਿੰਘ ਜੀ। ਅਰਸ਼ਦੀਪ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਜੀ ਅਰਸ਼ਦੀਪ ਸਿੰਘ ਜੀ। ਹਾਂਜੀ, ਸਤਿ ਸ੍ਰੀ ਅਕਾਲ ਜੀ। ਸੌਰੀ ਮਿਊਟ ਤੇ ਸੀ। ਹਾਂਜੀ ਜੀ ਤੇ ਗੱਲਬਾਤ ਆਪਾਂ ਆਪਣੀ ਜਾਰੀ ਰੱਖਦੇ ਹਾਂ ਵੀ ਇਨਫਰਾਸਟ੍ਰਕਚਰ ਦੇ ਵਿੱਚ ਕਿਹੜੀਆਂ ਤਬਦੀਲੀਆਂ, ਕਿਹੜੇ ਅਪਗ੍ਰੇਡ ਕਰ ਸਕਦੇ ਜਿਹਦੇ ਨਾਲ ਜਿਹੜੀ ਲਾਗਤ ਆ, ਇਨਪੁਟ ਕਾਸਟ ਆ, ਉਸ ਨੂੰ ਘਟਾਇਆ ਜਿਹੜਾ ਹੋ ਜਾ ਸਕੇ। ਤੁਸੀਂ ਬ੍ਰੇਕ ਤੋਂ ਪਹਿਲਾਂ ਗੱਲ ਕਰ ਰਹੇ ਸੀਗੇ ਜਿਹੜੇ ਪੰਪਸ ਦੀ ਬਿਜਲੀ ਨੂੰ ਜਿਹੜਾ ਉਹ ਲੈ ਕੇ ਬਦਲਣ ਦੀ ਗੱਲ ਕੀਤੀ ਵੀ ਜਿਨ੍ਹਾਂ ਦੇ VFD ਨਹੀਂ ਲੱਗਾ ਉਹ ਸੋਲਰ ਜਿਹਦੇ ਨਾਲ ਲੱਗਣਾ ਆ। ਨੈਮ ਵਾਲੇ ਕਿਹੜੇ ਆ, ਕਿਵੇਂ ਆ, ਕਿੱਦਾਂ ਉਹ ਚਲਾਉਣਾ ਆ, ਐਫੀਸ਼ੀਐਂਸੀ ਕਿੰਨੀ ਜਿਹੜੀ ਹੋਣੀ ਚਾਹੀਦੀ ਆ। ਇਹ ਸਾਰੀਆਂ ਚੀਜ਼ਾਂ ਤੁਸੀਂ ਦੱਸਿਆ ਵੀ ਜਿੱਦਾਂ ਤੁਸੀਂ ਦੱਸਿਆ ਵੀ ਇਹ ਤਕਰੀਬਨ ਗ੍ਰਾਂਟਾਂ ਦੇ ਵਿੱਚ ਇਹ ਮਿਲ ਜਾਂਦੀਆਂ। ਕਿਹੜੀਆਂ ਇਹ ਗ੍ਰਾਂਟਸ ਆ ਜਿਹਦੇ ਤਹਿਤ ਤੁਸੀਂ ਇਹ ਸਾਰੀਆਂ ਚੀਜ਼ਾਂ ਦੇ ਵਿੱਚ ਤਬਦੀਲੀਆਂ, ਅਪਗ੍ਰੇਡਸ ਜਿਹੜੀਆਂ ਉਹ ਕਰ ਸਕਦੇ ਆ ਤੇ ਕੀ ਇਹ ਸਟੇਟ ਦੀਆਂ ਨੇ ਜਾਂ ਫੈਡਰਲ ਦੀਆਂ ਨੇ? ਹਾਂਜੀ ਦੀ ਦੇਖੋ, ਜਿਹੜੀਆਂ ਇਹ ਗ੍ਰਾਂਟਸ ਜਿਵੇਂ ਅੱਡ-ਅੱਡ ਤਰੀਕੇ ਦੀਆਂ, ਇੱਥੇ ਕੰਮ ਕਾਫੀ ਕੰਪਲੀਕੇਟਡ ਹੋ ਜਾਂਦਾ ਹਨਾ। ਇਹ ਮੈਂ ਵੀ ਕਹਾਂ ਸੌਖਾ ਨਹੀਂ ਹੈਗਾ। ਜਿਹੜੀਆਂ ਤਾਂ ਫੈਡਰਲ ਦੀਆਂ ਨੇ ਉਹ ਅੱਗੇ ਰੂਰਲ ਡਿਵੈਲਪਮੈਂਟ ਦੇ ਅੰਡਰ ਸੋਲਰ ਲੱਗਦਾ ਹੁੰਦਾ ਸੀ ਹਨਾ। ਉਹਨਾਂ ਦੇ ਵਿੱਚ ਉਸ ਪ੍ਰੋਗਰਾਮ ਦੇ ਵਿੱਚ ਤੁਹਾਡੇ ਸੋਲਰ ਲੱਗ ਜਾਂਦਾ ਸੀ, ਸਟੈਂਡ ਅਲੋਨ ਸੋਲਰ ਲੱਗ ਜਾਂਦਾ ਹੁੰਦਾ ਸੀ। ਉਹ ਤੋਂ 25 ਤੋਂ 50% ਟੋਟਲ ਕਾਸਟ ਹੀ ਤੁਹਾਨੂੰ ਪੇ ਕਰ ਦਿੰਦੇ ਹੁੰਦੇ ਸੀ ਹਨਾ। 25% ਨਾਲ ਵੀ ਉਹ ਵਧੀਆ ਆਪਸ਼ਨ ਸੀ, ਨੋ ਬ੍ਰੇਨਰ ਸੀ ਵੀ ਲਵਾ ਲੈਣਾ ਚਾਹੀਦਾ ਸੀ ਹਨਾ। ਬਟ ਜਦੋਂ ਦਾ ਬਿਗ ਨਿਊ ਬਿਊਟੀਫੁਲ ਬਿਗ ਬਿੱਲ ਆਇਆ ਤੇ ਉਦੋਂ ਥੋੜੀ ਚੀਜ਼ਾਂ ਥੋੜੀਆਂ ਚੇਂਜ ਹੋ ਗਈਆਂ ਉਹਦੇ ਨਾਲ ਹਨਾ। ਤੇ ਉਹਦੇ ਚ ਇੱਕ ਫੰਡਿੰਗ ਵੀ ਘਟਾਤੀ ਰੂਰਲ ਡਿਵੈਲਪਮੈਂਟ ਵਾਲੇ ਪਾਸੇ ਨੂੰ। ਤੇ ਉਹਦੇ ਚੋਂ ਉਹ ਚੀਜ਼ਾਂ ਹੁਣ ਆਲਮੋਸਟ ਖਤਮ ਵਾਂਗੂ ਹੋ ਗਈਆਂ ਫॉर ਨਾਓ। ਆਪਾਂ ਇਹ ਮੰਨ ਲਈ ਵੀ ਪੌਜ਼ ਤੇ ਆ ਜਿੰਨਾ ਚਿਰ ਆਪਣੇ ਕੋਲ ਜ਼ਿਆਦਾ ਇਨਫੋਰਮੇਸ਼ਨ ਨਹੀਂ ਆਉਂਦੀ ਹਨਾ। ਤੇ ਜਿਹੜੀ ਹੈਗੇ ਆ ਸਟੇਟ ਦੇ ਪ੍ਰੋਜੈਕਟ, ਉਹਦੇ 'ਚ ਜ਼ਰੂਰ ਸੋਲਰ ਲਈ ਪੈਸੇ ਹੈਗੇ ਆ। ਉਹ ਥੋੜ੍ਹੇ ਜ਼ਿਆਦਾ ਸਟੇਟ ਫਾਰਵਰਡ ਆ ਜਿਹੜੇ ਪ੍ਰੋਜੈਕਟ ਨੇ ਜਾਂ ਗ੍ਰਾਂਟਸ ਨੇ। ਉਹਦੇ ਵਿੱਚ ਤੁਹਾਡੇ ਇਰੀਗੇਸ਼ਨ ਪਲੱਸ ਸੋਲਰ ਲੱਗ ਜਾਂਦੇ ਨੇ ਹਨਾ। ਤੇ ਪਰ ਉਹਦੀਆਂ ਲਿਮਿਟਸ ਨੇ, ਕੈਪ ਆ ਹਨਾ। ਤੇ ਡਿਪੈਂਡ ਕਰਦਾ ਕਿਵੇਂ ਦੇਖਦੇ ਆ। 80,000 ਤੋਂ ਲੈ ਕੇ 2 ਲੱਖ ਰੁਪਏ ਤੱਕ ਤੁਹਾਨੂੰ ਉਹਦੇ 'ਚ ਮਿਲ ਜਾਂਦਾ। ਤੇ ਉਹ ਜਿਹੜੀਆਂ ਗ੍ਰਾਂਟਸ ਨੇ ਉਹ ਸਟੇਟ ਦੀਆਂ, ਉਹ ਐ ਨਹੀਂ ਵੀ ਹਮੇਸ਼ਾ ਓਪਨ ਹੁੰਦੀਆਂ। ਉਹ ਪਿਛਲੀ ਵਾਰ ਗ੍ਰਾਂਟਸ 2023 ਦੇ ਵਿੱਚ 24 ਚ ਓਪਨ ਹੋਈਆਂ ਸੀਗੀਆਂ ਉਹ ਹਨਾ। 24 ਚ, 23 ਚ ਮਤਲਬ ਐਪਲੀਕੇਸ਼ਨਾਂ ਲਾਈਆਂ ਸੀ, 24 ਚ ਉਹਨਾਂ ਨੇ ਗਰੋਰ ਨੂੰ ਪੈਸੇ ਮਿਲਣੇ ਸ਼ੁਰੂ ਕੀਤੇ ਸੀ। ਤੇ ਉਸ ਤੋਂ ਬਾਅਦ ਹੁਣ 2026 ਚ ਖੋਲਣੀਆਂ ਨੇ। ਸੋ ਆਪਾਂ ਨੂੰ 2 ਤੋਂ 3 ਸਾਲ ਲੱਗ ਗਏ ਹਨਾ ਦੁਬਾਰਾ ਫੰਡਿੰਗ ਆਉਣ ਨੂੰ ਉਹਨਾਂ ਪ੍ਰੋਜੈਕਟਸ ਦੇ ਲਈ। ਹਾਂ, ਜਿਵੇਂ ਮੈਂ ਪਹਿਲਾਂ ਦੱਸਿਆ, ਉਹਦੇ ਦੇ ਵਿੱਚ ਹੁਣ 60 ਤੋਂ 70 ਮਿਲੀਅਨ ਡਾਲਰ ਹੈਗਾ ਜਿਹੜਾ ਸਟੇਟ ਨੇ ਬਣਨਾ ਗਰੋਅਰਸ ਨੂੰ, ਛੋਟੇ ਫਾਰਮਰਾਂ ਨੂੰ। ਤੇ ਉਹਦੇ 'ਚ ਫਿਰ ਆਪਾਂ ਨੂੰ ਉਹ ਆਪਾਂ ਨੂੰ ਟਾਰਗੇਟ ਕਰਨਾ ਚਾਹੀਦਾ। ਉਹਦੇ 'ਚ ਆਪਾਂ ਸੋਲਰ ਲਵਾ ਲਓ, ਇਰੀਗੇਸ਼ਨ ਸਿਸਟਮ ਅਪਡੇਟ ਕਰ ਲਓ, ਉਹਦੇ 'ਚ ਆਟੋਮੇਸ਼ਨ ਵੀ ਕਰ ਸਕਦੇ ਹਾਂ। ਇਸ ਵਾਰ ਜਿਹੜੀ ਆਪਾਂ ਜਿੰਨੀ ਕੁ ਜਿਹੜੇ ਉਹਨੂੰ ਮਰਜ਼ੀ ਸ਼ਬਦ ਕਹਿ ਲਓ, ਲੌਬਿੰਗ ਕਹਿ ਲਓ ਜਾਂ ਜਿਹੜਾ ਮਰਜ਼ੀ ਕਹਿ ਲਓ, ਵੀ ਪੰਜਾਬੀ ਅਮਰੀਕਨ ਗਰੋਅਰਸ ਗਰੁੱਪ ਨੇ CDFA ਨੂੰ ਪੁਸ਼ ਕਰਕੇ ਕਾਫੀ ਜਿਹੜੀਆਂ ਉਹ 'ਚ ਚੀਜ਼ਾਂ ਚੇਂਜ ਕਰਾ ਲਈਆਂ ਨੇ ਜਿਹੜੇ ਨਵੀਂ ਫੰਡਿੰਗ ਦਾ ਰਾਊਂਡ ਆਊਗਾ ਹਨਾ। ਕੀ ਚੇਂਜ ਆਏ ਉਹਦੇ 'ਚ? ਹੋਰ ਵੀ ਪਹਿਲਾਂ ਮੈਂ ਇਹ ਕਹਿੰਦਾ ਵੀ ਆਪਾਂ ਇਕੱਲੇ ਨਹੀਂ ਸੀ, ਹੋਰ ਵੀ ਸਮਾਲ ਫਾਰਮਰਸ ਆਰਗੇਨਾਈਜੇਸ਼ਨ ਸੀਗੀਆਂ, ਪਰ ਜਿਹੜੀ ਸਭ ਤੋਂ ਵੱਡੀ ਜੇ ਆਪਾਂ ਕਹੀਏ ਉਹ ਆਪਣਾ ਹੀ ਉੱਥੇ ਵੌਇਸ ਸੀਗੀ ਹਨਾ। ਜਿਵੇਂ ਕਿ ਉਹਦੇ 'ਚ ਅੱਗੇ ਟੈਕਨੋਲੋਜੀ ਨੂੰ ਜ਼ਿਆਦਾ ਇੰਪੋਰਟੈਂਸ ਨਹੀਂ ਹੁੰਦੀ ਸੀਗੀ। ਸਿੱਧਾ ਲਾ ਲਓ ਵੀ ਸੋਲਰ ਲਵਾ ਲਓ ਤੇ ਨਵਾਂ ਪੰਪ ਪਾ ਲਓ ਤੇ VFD ਲਾ ਲਓ ਹਨਾ। ਪ੍ਰੀਟੀ ਮੱਚ ਇਵੇਂ ਦਾ ਸਿੰਪਲ ਜਿਹਾ ਸਟੇਟ ਹੁੰਦਾ। ਜੇ ਤੁਸੀਂ ਹੋਰ ਕੁਝ ਆਪਸ਼ਨ ਪਾਉਂਦੇ ਸੀ ਤਾਂ ਉਹਦਾ ਸਕੋਰਿੰਗ ਨਹੀਂ ਹੁੰਦੀ ਸੀ ਜਾਂ ਤੁਹਾਨੂੰ ਡਿਨਾਈ ਕਰ ਦਿੰਦੇ ਸੀ ਹਨਾ। ਤੇ ਪਰ ਹੁਣ ਜਦੋਂ ਨਵਾਂ ਪ੍ਰੋਜੈਕਟ ਆਇਆ ਤੇ ਉਹਦੇ ਜਿਹੜੇ ਨਵੀਂ ਹੁਣ ਫੰਡਿੰਗ ਆਊਗੀ, ਉਹਦੇ ਵਿੱਚ ਉਹਨਾਂ ਨੇ ਆਪਾਂ ਨੂੰ ਇਹ ਆਪਸ਼ਨ ਦੇ ਦੇਣੀਆਂ ਨੇ ਤੇ ਬਈ ਤੁਸੀਂ ਟੈਕਨੋਲੋਜੀ ਵੀ ਪਾ ਸਕਦੇ ਆ ਆਪਦੇ ਵਿੱਚ ਹਨਾ। ਤੇ ਫੋਰ ਐਗਜ਼ਾਮਪਲ ਜਿਵੇਂ ਆਪਾਂ ਕਹਿ ਦਿੰਦੇ ਵੀ ਆਪਾਂ ਪਾਣੀ ਦੀ ਗੱਲ ਕੀਤੀ ਸੀਗੀ, ਵਾਟਰ ਟਰੀਟਮੈਂਟ ਦੀ ਗੱਲ ਕੀਤੀ ਸੀ, ਵਾਟਰ ਟਰੀਟਮੈਂਟ ਹੋਣੀ ਚਾਹੀਦੀ ਆ। ਅੱਗੇ ਸਵੀਪ ਇਹੋ ਜਿਹੀਆਂ ਚੀਜ਼ਾਂ ਕਵਰ ਨਹੀਂ ਕਰਦੀ ਸੀ। ਹੁਣ ਘੱਟੋ ਘੱਟ ਉਹਨਾਂ ਕੋਲ ਦੇਖੋ ਸਮੱਸਿਆ ਸਟੇਟ ਦੇ ਸਾਰੇ ਜਾਂ ਫੈਡਰਲ ਦੇ ਜਿਹੜੇ ਵੱਡੀਆਂ ਅਥਾਰਟੀਜ਼ ਨੇ ਉਹਨਾਂ ਦੀ ਇਹੀ ਆ ਵੀ ਉਹਨਾਂ ਨੂੰ ਟੈਕਨੋਲੋਜੀ ਵਾਲੇ ਪਾਸੇ ਉਹ ਜਮਾਂ ਪੱਧਰੇ ਹੀ ਆ ਵਿਚਾਰੇ। ਉਹਨਾਂ ਨੂੰ ਆਪਾਂ ਨੂੰ ਦੱਸਣਾ ਪੈਂਦਾ ਵੀ ਕੀ ਟੈਕਨੋਲੋਜੀ ਆ ਹਨਾ, ਮਤਲਬ ਵੀ ਕੀ ਕਰਦੀ ਹੈ ਤੇ ਕੀ ਬੈਨੀਫਿਟ ਹੋਣਗੇ। ਉਹਨਾਂ ਦੇ ਚੈਕਸ ਐਂਡ ਬੈਲੈਂਸ ਨਹੀਂ ਹੈਗੇ ਬਣਾਏ ਹੋਏ, ਡਿਜ਼ਾਈਨ ਨਹੀਂ ਕੀਤੇ। ਜਿਵੇਂ ਜਿੱਥੇ ਉਹ ਪੁਰਾਣੀ ਜਿਵੇਂ ਕਵਰ ਕ੍ਰੌਪ ਲਾ ਲਓ, ਉਹਨਾਂ ਨੂੰ ਪੱਕਾ ਹੀ ਪਤਾ ਵੀ ਪੁਰਾਣੀ ਕਵਰ ਕ੍ਰੌਪ ਲੱਗਦੀ ਆ, ਬਸ ਆਹ ਠੀਕ ਆ, ਉਹਦੇ ਚੈਕਸ ਐਂਡ ਬੈਲੈਂਸ ਨੇ ਹਨਾ। ਪਰ ਐਤਕੀ ਉਹਨਾਂ ਨੇ ਜਿਹੜਾ ਥੋੜਾ ਜਿਹਾ ਰੂਮ ਦਿੱਤਾ, ਉਹ ਕਹਿੰਦੇ ਵੀ ਵਿਲ ਲੀਵ ਇਟ ਓਪਨ। ਜੇ ਕੋਈ ਬੰਦਾ ਕ੍ਰੀਏਟਿਵ ਹੋ ਕੇ ਕੋਈ ਚੀਜ਼ਾਂ ਕਰਨੀਆਂ ਚਾਹੁੰਦਾ ਤਾਂ ਕਰੇ, ਵੀ ਵਿਲ ਐਂਟਰਟੇਨ ਇਟ।
ਰਾਦਰ ਕੇ ਜਿਵੇਂ ਅੱਗੇ ਡਿਨਾਈ ਹੋ ਜਾਂਦੀ ਸੀ, ਹਨਾ। ਹੁਣ ਉਹਨਾਂ ਲਈ ਫਰੇਮਵਰਕ ਬਣਾਉਣਾ ਔਖਾ, ਕਿਉਂਕਿ ਉਹਨਾਂ ਨੂੰ ਪਤਾ ਕੁਛ ਨਹੀਂ ਉਹਦੇ ਬਾਰੇ। ਸੋ ਇਹ ਚੀਜ਼ਾਂ ਜ਼ਰੂਰ ਐਤਕੀ ਫਰਕ ਪੈ ਜਾਊਗਾ। ਉਹਦੇ ਵਿੱਚ ਜਿਵੇਂ ਵਾਟਰ ਟਰੀਟਮੈਂਟ ਵਾਲੀ ਆ ਗਈ, ਵੀ ਤੁਸੀਂ ਟਰੀਟਮੈਂਟ ਲਾ ਲਓ, ਜਾਂ ਆਟੋਮੇਸ਼ਨ, ਫੁੱਲੀ ਆਟੋਮੇਸ਼ਨ, ਇਹ ਚੀਜ਼ਾਂ ਉਹਦੇ ਵਿੱਚ ਐਡ ਕਰਾ ਸਕਦੇ, ਹਨਾ। ਸੋ ਇੱਕ ਇਹ ਫੰਡਿੰਗ ਹੋ ਗਈ, ਸਟੇਟ ਦੀ ਹੋ ਗਈ, ਫੈਡਰਲ ਦੀ ਹੋ ਗਈ। ਫਿਰ ਕਈ ਵਾਰ ਇਹੋ ਜਿਹੀਆਂ ਵੀ ਆਪਸ਼ਨਸ ਆ ਜਾਂਦੀਆਂ ਹੁੰਦੀਆਂ ਜਿਹੜੀਆਂ ਨਾ, ਜਿਵੇਂ ਵੱਡੀਆਂ ਆਰਗੇਨਾਈਜੇਸ਼ਨਸ ਨੇ, ਜਿਵੇਂ ਫੇਸਬੁੱਕ ਹੋ ਗਈ ਜਾਂ ਮਾਈਕਰੋਸਾਫਟ, ਜਾਂ ਜਿਹੜੀਆਂ ਇਹ ਡੋਨੇਟ ਕਰਦੇ ਨੇ এনवायरमेंट ਲਈ ਪੈਸੇ। ਅੱਛਾ। ਜਿਵੇਂ ਖਾਸ ਕਰਕੇ ਜਿਹੜੀਆਂ ਆਪਣੇ ਏਰੀਏ ਦੀਆਂ, ਜਿਵੇਂ ਗੂਗਲ ਹੋ ਗਈ, ਇਹ ਫੇਸਬੁੱਕ ਹੋ ਗਈ, ਇਹਨਾਂ ਦੀ ਉਹ ਫੰਡਿੰਗ ਹੁੰਦੀ ਆ। ਇਹ ਥੋੜੀ ਫੰਡਿੰਗ ਦਿੰਦੇ ਹੁੰਦੇ, ਉਹ 'ਚ ਜ਼ਿਆਦਾ ਪੈਸੇ ਨਹੀਂ ਹੁੰਦੇ, ਬਟ ਜਿੰਨੇ ਵੀ ਮਿਲਦੇ, ਜੇ ਮੰਨ ਲਓ ਹੁਣ ਤੁਹਾਡਾ ਕੋਈ 40-50 ਹਜ਼ਾਰ ਦਾ ਪ੍ਰੋਜੈਕਟ ਆ, ਉਹ 'ਚ ਤੁਹਾਨੂੰ ਇਹ ਵੀ, ਉਹ 'ਚ ਸਾਰੀ ਨਹੀਂ ਕਵਰ ਕਰ ਦਿੰਦੇ, ਪਰਸੈਂਟੇਜ ਹੁੰਦੀ ਹੈ ਡਿਪੈਂਡਿੰਗ ਔਨ, ਹਨਾ। ਜੇ 50% ਵੀ ਕਵਰ ਹੋ ਜਾਂਦੇ, ਆਪਾਂ ਨੂੰ ਤਾਂ ਫਿਰ ਵੀ ਨੋ ਬਰੇਨਰ ਲਵਾ ਲੈਣੀਆਂ ਚਾਹੀਦੀਆਂ ਉਹ ਜਿਹੀਆਂ ਚੀਜ਼ਾਂ। ਠੀਕ ਹੈ। ਉਹਦੇ ਲਈ ਜਦੋਂ ਵੀ ਫੰਡਿੰਗ ਆਉਂਦੀ ਆ, ਆਪਾਂ ਹਰੇਕ ਵਾਰ ਵੀਡੀਓ ਦੱਸਦੇ ਆ ਵੀ ਆਹ ਫੰਡਿੰਗ ਆਉਣ ਲੱਗੀ ਆ, ਆਹ ਫੰਡਿੰਗ ਆਉਣ ਲੱਗੀ ਆ, ਹਨਾ। ਐਕਸਟ੍ਰੀਮ ਵੈਦਰ ਆ, ਕਿਸੇ ਦਾ ਪ੍ਰੋਡਕਸ਼ਨ ਲਾਸ ਆ, ਕਿਸੇ ਦੇ ਬੋਰ ਡੂੰਘੇ ਹੋਏ ਆ, ਭਾਈ ਸਾਨੂੰ ਅੱਜ ਕਾਲ ਕਰ ਲਓ, ਹਨਾ। ਤੇ ਆਪਾਂ ਉਹਦੀ ਜਿੰਨੀ ਹੈਲਪ ਕਰ ਸਕਦੇ ਹਾਂ ਕਰਵਾ ਸਕਦੇ ਹਾਂ। ਸੋ ਇਹ ਸਾਰੀਆਂ ਚੀਜ਼ਾਂ ਪਾਣੀ ਵਾਲੇ ਪਾਸੇ ਆਪਾਂ ਯੂਜ਼ ਕਰ ਸਕਦੇ ਹਾਂ। ਐਕਸਟ੍ਰੀਮ ਵੈਦਰ ਵਾਲੀਆਂ ਜਿਵੇਂ ਪਾਣੀ ਦੇ ਆ ਜਾਂਦਾ, ਵੀ ਜਿਨ੍ਹਾਂ ਦੇ ਬੋਰ ਦੇ ਕੋਈ ਐਕਸਪੈਂਸ ਹੋਏ ਨੇ, ਹਾਲਾਂਕਿ ਉਹਨਾਂ ਦੀ ਸਾਲ ਦੀ ਲਿਮਿਟ ਆ, ਸਟੇਟ ਦੀ ਫੰਡਿੰਗ ਆ। ਉਹਦੇ 'ਚ ਜਦੋਂ ਪਿਛਲੀ ਵਾਰ ਇਹਨਾਂ ਨੇ ਵੰਡੇ 22 ਮਿਲੀਅਨ ਸੀਗਾ, ਤੇ ਤਕਰੀਬਨ ਐਤਕੀ ਵੀ ਉਨੇ ਕੀ ਪੈਸੇ ਨੇ, ਹਨਾ, ਵੰਡਣ ਨੂੰ। ਤੇ ਉਹਦੇ 'ਚ ਇੱਕ ਆ ਵੀ, ਇੱਕ ਗਰੋਅਰ ਨੂੰ, ਛੋਟੇ ਗਰੋਅਰਾਂ ਲਈ ਡਿਜ਼ਾਈਨ ਕੀਤਾ ਹੈ, ਵੱਡੇ ਤੇ ਮੀਡੀਅਮ ਸਾਈਜ਼ ਕੁਆਲੀਫਾਈ ਨਹੀਂ ਕਰਦੇ, ਪਰ $20,000 ਤੱਕ ਸਾਲ ਦਾ ਦੇ ਦਿੰਦੇ ਆ। ਮੰਨ ਲਓ ਵੀ ਤੁਹਾਡਾ ਬੋਰ ਤੇ ਖਰਚਾ ਲੈਸ ਸੇ $60,000, ਹਨਾ। ਉਹ ਇਹ ਨਹੀਂ ਕਹਿੰਦੇ ਵੀ ਅਸੀਂ 60 ਨਹੀਂ ਦੇਣਾ, ਵੀ ਅਸੀਂ 20 ਹੀ ਦੇਵਾਂਗੇ। ਉਹ ਕਹਿੰਦੇ ਵੀ ਦੇਵਾਂਗੇ 60 ਹੀ, ਪਰ ਇੱਕ ਸਾਲ 'ਚ 20,000 ਹੀ ਦੇਵਾਂਗੇ, 3 ਸਾਲਾਂ 'ਚ ਦੇਵਾਂਗੇ ਪੈਸੇ। ਠੀਕ ਹੈ, ਓਕੇ, ਥੋੜੇ ਕਰਕੇ। ਹਾਂ, ਵੀ ਸਾਡੀ ਲਿਮਿਟ ਹੈ, ਕਿਉਂਕਿ ਪ੍ਰੋਗਰਾਮ ਉਵੇਂ ਡਿਜ਼ਾਈਨ ਕੀਤਾ ਨਾ, ਡਿਜ਼ਾਈਨ ਛੋਟੇ ਗਰੋਅਰ ਲਈ ਕੀਤਾ ਹੋਇਆ। ਜਦੋਂ ਆਪਾਂ ਛੋਟੇ ਗਰੋਅਰ ਦੀ ਗੱਲ ਕਰਦੇ ਨੇ, ਇੱਕ ਤਾਂ ਆਪਣੀ ਜਿਹੜੀ ਡੈਫੀਨੇਸ਼ਨਸ ਨੇ ਉਹ ਪੂਰੀਆਂ ਸੈੱਟ ਨਹੀਂ ਹੈਗੀਆਂ। ਜਿਵੇਂ ਛੋਟੇ ਗਰੋਅਰ ਨੂੰ ਆਪਾਂ ਮੰਨ ਲੈਂਦੇ 20-40 ਵਾਲੇ ਏਕੜ ਵਾਲਾ, ਉਹਨਾਂ ਦਾ ਛੋਟਾ ਗਰੋਅਰ ਹੈਗਾ 2-3 ਏਕੜ ਵਾਲਾ ਸਬਜ਼ੀਆਂ ਵਾਲਾ। ਸੋ ਇਟ ਆਲਵੇਜ਼, ਹਨਾ। ਸੋ ਉਹਨਾਂ ਲਈ 20,000 ਬਹੁਤ ਵੱਡੀ ਰਕਮ, ਉਹ ਤਾਂ 20,000 ਤੱਕ ਜਾਂਦੇ ਹੀ, ਉਹਨਾਂ ਨੂੰ ਤਾਂ ਕਲੇਮ ਵੀ ਬਹੁਤ ਛੋਟੇ ਹੁੰਦੇ ਆ, 5,000, 7,000, 4,000, ਏਡੇ ਕਲੇਮ ਜਾਂਦੇ ਹੁੰਦੇ ਨੇ ਛੋਟੇ ਗਰੋਅਰ ਦੇ, ਹਨਾ। ਸੋ ਜਿਹੜਾ ਆਪਣੇ ਔਰਚਿਡ ਸੈਟਅਪ 'ਚ ਥੋੜੇ ਜਿਹੇ ਫਿਰ ਕਲੇਮ ਵੱਧ ਜਾਂਦੇ ਨੇ, ਪਰ ਉਹਦੇ 'ਚ ਵੀ ਦੇਖੋ ਆਪਸ਼ਨ ਆ ਵੀ ਉਹ ਕਹਿੰਦੇ ਤੁਸੀਂ ਮਲਟੀਪਲ ਈਅਰਸ ਕਲੇਮ ਕਰ ਲਓ, ਹਨਾ। ਸੋ ਇਹ ਸਾਰੀਆਂ ਚੀਜ਼ਾਂ ਕਹਿਣ ਦਾ ਮਤਲਬ ਇਹ ਹੈ ਵੀ ਆਪਾਂ 2 ਹਜੇ ਤੱਕ ਦੇਖੋ ਟੌਪਿਕ ਕੀਤੇ ਆ, ਇੱਕ ਤਾਂ ਮਿੱਟੀ ਦਾ ਤੇ ਪਾਣੀ ਦਾ। ਹੁਣ ਇਹ 'ਚ ਆਪਾਂ ਕਿੰਨੀਆਂ ਚੀਜ਼ਾਂ ਐਡ ਕਰ ਸਕਦੇ ਹਾਂ, ਹਰੇਕ ਬੰਦਾ ਕਰਨੀਆਂ ਚਾਹੁੰਦਾ, ਪਰ ਉਹ ਕਹਿੰਦਾ ਮੇਰੇ ਕੋਲ ਪੈਸੇ ਨਹੀਂ, ਪਰ ਉਹ 'ਚ ਕਿੰਨੀਆਂ ਆਪਸ਼ਨਸ ਨੇ, ਕਿੰਨੀਆਂ ਜ਼ਿਆਦੇ ਆਪਸ਼ਨਸ ਨੇ। ਮੈਂ ਤਾਂ ਇਹ ਕਹਿਣਾ ਨਾ ਵੀ ਜਦੋਂ ਕੋਈ ਬੰਦਾ ਮੈਨੂੰ ਮਿਲਦਾ, ਜ਼ਿਆਦੇ ਮੈਂ ਇਹੀ ਪੁੱਛਦਾ ਨਾ ਵੀ ਕਿਹੋ ਜਿਹੇ ਤੁਸੀਂ ਗ੍ਰਾਂਟਸ ਐਂਡ ਇਨਸੈਂਟਿਵ ਲਏ ਨੇ ਪਿਛਲੇ 5-7 ਸਾਲ 'ਚ, ਹਨਾ। ਐਨਆਰਜੀਐਸ ਨੂੰ ਛੱਡ ਕੇ ਕਿਸੇ ਕੋਲ ਕੋਈ ਫੰਡਿੰਗ ਨਹੀਂ ਹੁੰਦੀ, ਹਨਾ, ਇਰੀਗੇਸ਼ਨ ਤੋਂ। ਉਹ ਵੀ ਜੀ ਤੁਸੀਂ ਇਰੀਗੇਸ਼ਨ ਕਦੋਂ ਪਾਉਣੇ ਆ, ਇੱਕ ਵਾਰ ਜਦੋਂ ਔਰਚਿਡ ਡਿਵੈਲਪ ਕਰਦੇ ਹੋ ਉਦੋਂ ਪਾ ਲੈਂਦੇ ਆ, ਮਗਰ 25 ਸਾਲ ਉਹ ਚੱਲਦੀ ਰਹਿੰਦੀ, ਹਨਾ। ਤੁਸੀਂ ਆਪਦੇ ਆਪ ਤੇ ਇਨਵੈਸਟ ਕਰੋ, ਫ੍ਰੀ ਬੀਜ ਨਾ ਲਓ, ਮੇਰਾ ਕਹਿਣ ਦਾ ਮਤਲਬ, ਪਰ ਉਹਨਾਂ ਨੂੰ ਆਪਦੇ ਇਨਫਰਾਸਟ੍ਰਕਚਰ ਤੇ ਇਨਵੈਸਟ ਕਰੋ, ਨਾ ਕਿ ਕਿਤੇ ਹੋਰ ਉਹਨਾਂ ਨੂੰ ਐਕਸਪੈਂਡ ਕਰੋ। ਉਹਦੇ ਨਾਲ ਤੁਹਾਨੂੰ ਲੌਂਗ ਟਰਮ ਬਹੁਤ ਜ਼ਿਆਦਾ ਬੈਨੀਫਿਟ ਹੁੰਦਾ। ਹੁਣ ਇੱਕ ਬੰਦੇ ਦਾ ਤਾਂ ਮੈਂ 2 ਔਰਚਿਡ ਦੀ ਕੰਪੈਰੀਜ਼ਨ ਕਰਦਾ ਸੀ ਕਿਸੇ ਨੂੰ, ਕਿਉਂਕਿ ਕੋਈ ਬੰਦਾ ਖੇਤ ਲੈ ਰਿਹਾ ਸੀਗਾ, ਹਨਾ, ਤੇ ਉਹਦਾ ਤੇ ਮੈਂ ਜੇ ਕਰ ਰਿਹਾ ਸੀਗਾ, ਇੱਕ ਜਿਹੜਾ ਵੀ ਤੁਸੀਂ ਉਹ ਮੰਨ ਲਓ ਵੀ ਉਹ ਜਿੱਥੇ ਪਾਣੀ ਦਾ ਇਸ਼ੂ ਨਹੀਂ ਹੈ, ਜਿਵੇਂ ਆਪਣੇ ਕਿੰਗਸ, ਨਾਰਥ ਕਿੰਗਸ ਆ ਗਿਆ, ਹਨਾ। ਇੱਕ ਜਗ੍ਹਾ ਤਾਂ ਪਾਣੀ ਦਾ ਖਰਚਾ ਆ ਰਿਹਾ ਸੀ $1,150। ਅੱਛਾ। ਤੇ ਇੱਕ ਜਗ੍ਹਾ ਆ ਰਿਹਾ ਸੀ $80। ਤੁਸੀਂ ਇਹ ਦੇਖੋ ਵੀ ਉਹ ਦੋਨੇ ਗਰੋਅਰਾਂ ਨੇ ਇੱਕੋ ਚੀਜ਼ ਗਰੋ ਕਰਨੀ ਹੈ, ਹਨਾ। ਉਹ ਕਿਵੇਂ ਕੰਪੀਟ ਕਰਨਗੇ ਇੱਕ ਦੂਜੇ ਨਾਲ? ਸਹੀ ਗੱਲ ਆ। ਠੀਕ ਹੈ ਨਾ। ਇਹ ਚੀਜ਼ਾਂ ਜਿਹੜੇ ਬੰਦੇ ਪ੍ਰੋਐਕਟਿਵਲੀ ਕਰ ਰਹੇ ਨੇ, ਜਸਵੀਰ ਸਿੰਘ ਨੇ ਵੀ ਕਿਹਾ ਬਹੁਤ ਵਾਰ, ਦੀਪ ਨੇ ਵੀ ਕਿਹਾ, ਹੋਰ ਵੀ ਜਿਹੜੇ ਬੁਲਾਰੇ ਆਉਂਦੇ ਉਹ ਹੀ ਕਹਿੰਦੇ ਨੇ ਵੀ ਜਿਹੜੇ ਗਰੋਅਰ ਪ੍ਰੋਐਕਟਿਵਲੀ ਕੰਮ ਕਰ ਰਹੇ ਨੇ, ਟੈਕਨੋਲੋਜੀ ਦਾ ਯੂਜ਼ ਕਰਨਗੇ, ਫਿਊਚਰ 'ਚ ਉਹਨਾਂ ਨੇ ਰਹਿ ਜਾਣਾ, ਦੂਜਿਆਂ ਦੀ ਮਾਰਜਨਲਾਈਜ਼ ਹੋ ਜਾਣਾ, ਤੇ ਫਿਰ ਉਹ ਦੂਜੇ ਜਿਹੜੇ ਵੱਡੇ ਗਰੋਅਰ ਉਹਨਾਂ ਨੂੰ ਬਾਏ ਆਊਟ ਕਰ ਲੈਣੇ, ਨੂੰ ਹੀ ਜਾ ਰਹੀ ਸਾਰੀ ਗੇਮ। ਸੋ ਇਹ ਚੀਜ਼ਾਂ ਸਾਨੂੰ ਆਪਦੇ ਆਪ ਤੇ ਜੇ ਧਿਆਨ ਦੇਣਾ ਚਾਹੀਦਾ, ਜਿੱਥੋਂ ਜਿਹੜੀ ਫੰਡਿੰਗ ਆਉਂਦੀ ਆ ਉਹਨੂੰ ਇਨਵੈਸਟ ਕਰੋ ਆਪਦੇ ਇਨਫਰਾਸਟ੍ਰਕਚਰ ਤੇ, ਨਾਲੇ ਤਾਂ ਤੁਹਾਡਾ ਐਸੈਟ ਡਿਵੈਲਪ ਹੁੰਦਾ, ਨਾਲੇ ਤੁਹਾਡੇ ਖਰਚੇ ਘੱਟਦੇ, ਤੁਹਾਡੀ ਜ਼ਿੰਦਗੀ ਸੌਖੀ ਹੋ ਜਾਂਦੀ ਹੈ ਬਹੁਤ, ਮੈਂ ਐਵੇਂ ਕਹਾਂ, ਹਨਾ। ਧਿਆਨ ਰੱਖਣ ਦੀ ਜ਼ਰੂਰਤ ਹੈ ਸਾਰੀਆਂ ਚੀਜ਼ਾਂ ਦੇ ਉੱਤੇ, ਵੀ ਕਿੱਦਾਂ ਜਿਹੜਾ ਚੱਲਣਾ। ਅੱਛਾ, ਜਿਹੜੀ ਤੁਸੀਂ ਇਸ ਦੇ ਵਿੱਚ ਇੱਕ ਹੋਰ ਗੱਲ ਕੀਤੀ ਸੀ, ਰੁੱਖਾਂ ਦੀ ਜਿਹੜੀ ਫਿਰ ਗੱਲ ਕੀਤੀ ਸੀ, ਸੋ ਉਹਦੇ ਵਿੱਚ ਹੁਣ ਅੱਗੇ ਕਿੱਦਾਂ ਆ? ਰੁੱਖ ਤਾਂ ਮਤਲਬ ਇਟਸ ਅ ਨੋਨ ਥਿੰਗ ਵੀ ਕਿਹੜੀ ਚੀਜ਼ ਹੈਗੀ ਆ, ਕਿੱਦਾਂ ਆ, ਕਿਵੇਂ ਆ, ਕਿਹੜੇ ਲਾਉਣੇ ਆ, ਉਹਦੇ ਤੇ ਫੋਕਸ ਕਰਨਾ ਹੈ, ਕਿਵੇਂ ਕਰਨਾ ਹੈ ਫਿਰ?
ਹਾਂ ਨਹੀਂ ਦੇਖੋ ਕਿ ਜਿਹੜੇ ਆਪਾਂ ਮੰਨ ਕੇ ਚੱਲੀਏ ਵੀ ਰੁੱਖ ਲੱਗੇ ਹੋਏ ਔਰਚਰਡ ਦੇ ਵਿੱਚ, ਉਹ ਤਾਂ ਜਿਹੜੇ ਲੱਗੇ ਆ ਚੇਂਜ ਨਹੀਂ ਕਰ ਸਕਦੇ। ਹਾਂ ਜੇ ਕਿਸੇ ਨੇ ਨਵੇਂ ਲਾਉਣੇ ਆ, ਉਹ 'ਚ ਜ਼ਰੂਰ ਆ ਵੀ ਤੁਸੀਂ ਇਹ ਚੀਜ਼ਾਂ ਕੰਸੀਡਰ ਕਰੋ ਵੀ ਤੁਹਾਡੀ ਪਾਣੀ ਦੀ ਅਵੇਲੇਬਿਲਿਟੀ ਕਿੰਨੀ ਆ, ਕਿੰਨਾ ਸਿਕਿਉਰਡ ਪਾਣੀ ਆ, ਹਨਾ। ਤੇ ਵੀ ਉਹੋ ਜਿਹੇ ਰੁੱਖ ਲਾਓ। ਤੁਸੀਂ ਉਹੋ ਜਿਹੀ ਕੋਈ ਵਾਟਰ ਇੰਟੈਂਸਿਵ ਕ੍ਰੌਪ ਨਾ ਲਾਓ ਜਿੱਥੇ ਪਾਣੀ ਦਾ ਇਸ਼ੂ ਹੈ, ਹਨਾ, ਜਾਂ ਉਨੀ ਏਕਰੇਜ ਨਾ ਲਾਓ ਜਿੰਨਾ ਤੁਹਾਡੇ ਕੋਲ ਪਾਣੀ ਨਹੀਂ ਹੈ। ਸੋ ਉਹ ਚੀਜ਼ਾਂ ਦਾ ਇੱਕ ਚੀਜ਼ ਹੋ ਗਈ ਕੰਸੀਡਰ ਕਰ। ਦੂਜੀ ਚੀਜ਼ ਆਪਾਂ ਇਹ ਮੰਨ ਕੇ ਚੱਲੀਏ ਵੀ ਆਲਰੇਡੀ ਰੁੱਖ ਲੱਗਿਆ ਹੋਇਆ ਕੋਈ, ਮੰਨ ਲਓ ਬਦਾਮ ਲੱਗੇ ਆ, ਹਨਾ, ਆਪਣੇ ਬਦਾਮ ਜ਼ਿਆਦੇ ਆ ਜਾਂ ਵਿਨੀਯਾਰਡ ਆ ਕੋਈ, ਤੇ ਹੁਣ ਉਹਨਾਂ ਨੂੰ ਕਿਵੇਂ ਟੈਕਨੋਲੋਜੀ ਉਹਨਾਂ ਤੇ ਕਿਵੇਂ ਐਪਲੀਕੇਬਲ ਹੋਊਗੀ ਵੀ ਆਪਣਾ ਜਿਹੜੀ ਇਨਪੁਟ ਕਾਸਟ ਘੱਟ ਜੇ, ਹਨਾ। ਹੁਣ ਇੱਥੇ ਜਿਹੜੀ ਨਵੀਆਂ ਚੀਜ਼ਾਂ ਟੈਸਟ ਹੋ ਰਹੀਆਂ ਨੇ, ਟਰੀ ਸਟ੍ਰੈਸ ਲਈ ਤੁਸੀਂ ਸਕੈਨ ਕਰਦੇ ਹੋ, ਸੈਟਲਾਈਟ ਨਾਲ ਸਕੈਨ ਹੋਈ ਜਾਂਦਾ, ਕੋਈ ਡਰੋਨਸ ਨਾਲ ਸਕੈਨ ਕਰੀ ਜਾਂਦਾ, ਟਰੀ ਦਾ ਕਲਰ ਕਿਹੋ ਜਿਹਾ, ਹਨਾ। ਉਹ ਸਾਰੀਆਂ ਚੀਜ਼ਾਂ ਦੇਖੋ ਹਜੇ ਉਹ ਥੋੜੀ ਜਿਹੀ ਐਡਵਾਂਸਮੈਂਟ 'ਚ ਆ, ਆਪਾਂ ਨੂੰ ਹਜੇ ਐਂ ਲੱਗਦੀ ਹੈ ਸੌਣ ਨੂੰ ਯਾਰ ਇਹ ਐਂ ਥੋੜੀ ਹੁੰਦਾ, ਹਨਾ, ਜਾਂ ਵੀ ਥੋੜੀ ਜ਼ਿਆਦਾ ਫਿਊਚਰਿਸਟਿਕ ਗੱਲਾਂ ਲੱਗਦੀਆਂ ਨੇ, ਬਟ ਇਹ ਆਲਰੇਡੀ ਟੈਸਟਿੰਗ ਫੇਸ 'ਚੋਂ ਲੰਘ ਗਿਆ, ਪਹਿਲੇ ਟੈਸਟਿੰਗ ਫੇਸ 'ਚੋਂ ਇਹ ਚੀਜ਼ਾਂ ਸਾਰੀ ਟੈਕਨੋਲੋਜੀ। ਹੁਣ ਇਹਨੂੰ ਉਹ ਮਤਲਬ ਟਿਊਨ ਇਨ ਹੋ ਰਹੀ ਆ, ਸਾਲ 2-3 ਸਾਲ ਦੇ ਵਿੱਚ ਪੂਰੀ ਹੋ ਜੂਗੀ ਮੈਕਸਿਮਮ, ਫੇਰ ਇਹਦੇ ਉਹ ਬੈਨੀਫਿਟ ਦੇਖਣ ਨੂੰ ਮਿਲਣਗੇ ਸਾਨੂੰ, ਹਨਾ। ਹੁਣ ਆਪਾਂ ਕੀ ਕਰਦੇ ਆ, ਦੇਖੋ ਆਪਣੇ ਜਿਹੜੇ ਇਰੀਗੇਸ਼ਨ ਸਿਸਟਮ ਵੀ ਹੈ ਨਾ, ਉਹ ਐਂ ਡਿਜ਼ਾਈਨ ਹੁੰਦੇ ਆ। ਮੰਨ ਲਓ ਵੀ ਮੈਂ 20 ਏਕੜ ਦੇ ਇਰੀਗੇਸ਼ਨ ਸਿਸਟਮ ਆ ਮੇਰੇ ਕੋਲ, ਉਹਦਾ ਇੱਕੋ ਹੀ ਸੈੱਟ ਹੁੰਦਾ, ਤੁਸੀਂ ਕੁਛ ਨਹੀਂ ਚੇਂਜ ਕਰ ਸਕਦੇ। ਉਦਾਹਰਨ ਦੇ ਤੌਰ ਤੇ ਵੀ ਹੋ ਸਕਦਾ ਮੇਰਾ 5 ਏਕੜ ਦਾ ਕੋਈ ਬਲਾਕ ਹੋਵੇ ਜਿੱਥੇ ਕੋਈ ਇਸ਼ੂ ਹੋਵੇ, ਪਾਣੀ ਘੱਟ ਪੈ ਜਾਂ ਟਰੀ ਸਟ੍ਰੈਸ, ਪਾਣੀ ਵਾਟਰ ਸਟ੍ਰੈਸ ਆ ਕਿਤੇ, ਹੁਣ ਮੈਂ ਉਹ 5 ਏਕੜ ਨੂੰ ਪਾਣੀ ਕਿਵੇਂ ਲਾਉਂਗਾ? ਮੈਂ ਤਾਂ ਬੀਆਂ ਨਹੀਂ ਲਾਉਣੀ। ਫਿਰ ਮੈਂ ਜੇ ਉੱਧਰ ਜ਼ਿਆਦਾ ਲਾਉਣ ਦੀ ਕੋਸ਼ਿਸ਼ ਕਰ ਰਹਾ ਵੀ ਇਹ ਤੈਨੂੰ ਘੱਟ ਲੱਗ ਰਿਹਾ, ਇਹਨਾਂ ਨੂੰ ਜ਼ਿਆਦਾ ਕਰਾਂ, ਤਾਂ ਦੂਜੇ ਜਿਹੜੇ 15 ਏਕੜ ਆ ਫਿਰ ਉਹ ਪਾਣੀ ਜ਼ਿਆਦਾ ਲੱਗ ਰਿਹਾ, ਉੱਧਰ ਫਿਰ ਰੂਟਸ ਦੀ ਡਿਜ਼ੀਜ਼ ਆਉਣ ਲੱਗ ਜਾਂਦੀ ਹੈ। ਠੀਕ ਹੈ, ਜੇ ਉਹਨਾਂ ਨੂੰ 5 ਏਕੜ ਨੂੰ ਪਾਣੀ ਘੱਟ ਲੱਗ ਰਿਹਾ, ਤਾਂ ਮੈਂ ਜਿੰਨਾ ਵੀ ਫਰਟੀਲਾਈਜ਼ਰ ਡ੍ਰਿਪ ਤੋਂ ਨਿਗਾ ਰਿਹਾ, ਉਹਨਾਂ ਨੂੰ ਉਹ ਵੀ ਘੱਟ ਲੱਗ ਰਿਹਾ। ਤਾਂ ਸਾਰੇ ਇਸ਼ੂ ਨੇ, ਹਨਾ। ਇਹ ਚੀਜ਼ 'ਚ ਆਉਂਦੀ ਆ ਆਟੋਮੇਸ਼ਨ ਦੇ ਵਿੱਚ। ਆਟੋਮੇਸ਼ਨ ਜਦੋਂ ਕਰਦੇ ਨੇ ਇਰੀਗੇਸ਼ਨ ਦੀ, ਉਹ ਮਲਟੀਪਲ ਸੈਟਸ ਬਣਾਉਂਦੇ ਨੇ, ਤੇ ਜਦੋਂ ਕੱਲ ਨੂੰ ਫਿਊਚਰ 'ਚ ਆਊਗਾ ਨਾ, ਤਾਂ ਦੇਖੋ ਵੀ ਉਹ ਅੱਡ ਰੋਜ਼ ਦੇ ਵਿੱਚ ਤੁਸੀਂ ਕੰਟਰੋਲ ਕਰਨ ਦੇ ਕੈਪੇਬਲ ਹੋਵੋਗੇ ਚੀਜ਼ਾਂ। ਹਜੇ ਉਹ ਫਾਈਨੈਂਸ਼ੀਅਲੀ ਵਾਇਬਲ ਨਹੀਂ, ਬਟ ਫਿਊਚਰ 'ਚ ਹੋਣਗੀਆਂ, ਜੋ ਕਿਉਂਕਿ ਟੈਕਨੋਲੋਜੀ ਸਸਤੀ ਹੋਈ ਜਾਂਦੀ ਹੈ ਦਿਨੋਂ ਦਿਨ, ਹਨਾ। ਸੋ ਇਹ ਸਾਰੀਆਂ ਚੀਜ਼ਾਂ ਟਰੀ ਵਾਲੇ ਪਾਸੇ ਆ ਜਾਂਦੀਆਂ ਨੇ ਵੀ ਟਰੀ ਤੇ ਸਟ੍ਰੈਸ ਕਿੰਨਾ ਕਾ ਕਿਵੇਂ ਮੋਨੀਟਰ ਕਰਦੇ ਆ। ਹੁਣ ਸਿਟਰਸ ਦੇ ਵਿੱਚ ਫਰੂਟ ਦੇ ਉੱਤੇ ਸੈਂਸਰ ਲਾ ਦਿੰਦੇ ਨੇ, ਹਨਾ। ਉਹ ਫਰੂਟ ਦੇ ਸੈਂਸਰ ਮਤਲਬ ਜਿਵੇਂ ਆਪਣੇ ਤੁਸੀਂ ਦੇਖਿਆ ਹੋਣਾ, ਜਿਵੇਂ ਵਧੀਆ ਕੈਲੀਪਰ ਹੁੰਦੇ ਨੇ, ਕੈਲੀਪਰ ਟਾਈਪ ਇੱਕ ਆਈਟਮ ਲੱਗ ਜਾਂਦੀ ਹੈ, ਉਹ ਨਾਲ ਜਿਵੇਂ ਫੁੱਲਦਾ ਰਹਿੰਦਾ, ਤੇ ਉਵੇਂ ਉਹ ਰੀਡਿੰਗ ਦਿੰਦਾ ਰਹਿੰਦਾ ਵੀ ਫਰੂਟ ਦਾ ਸਾਈਜ਼ ਐਡਾ ਹੋ ਗਿਆ। ਫਿਰ ਉਹ ਇਹ ਵੀ ਦੱਸਦਾ ਰਹਿੰਦਾ ਵੀ ਇਸ ਵੀਕ ਦੇ ਵਿੱਚ ਫਰੂਟ ਦਾ ਸਾਈਜ਼ ਐਵਰੇਜ ਇੰਡਸਟਰੀ ਸਾਈਜ਼ ਛੋਟਾ ਕਿ ਵੱਡਾ, ਉਹਦੇ ਹਿਸਾਬ ਨਾਲ ਤੁਸੀਂ ਆਪਦੀ ਇਰੀਗੇਸ਼ਨ ਕੰਟਰੋਲ ਕਰੋ, ਕਿਉਂਕਿ ਜ਼ਿਆਦਾ ਪਾਣੀ ਮੀਨਸ ਜ਼ਿਆਦਾ ਸਾਈਜ਼ ਵੱਡਾ ਹੋਊਗਾ। ਕਦੋਂ ਵੱਡਾ ਕਰਨਾ, ਕਦੋਂ ਛੋਟਾ ਕਰਨਾ, ਠੀਕ ਹੈ ਨਾ। ਉਹ ਸਾਰੀਆਂ ਚੀਜ਼ਾਂ ਹੀ ਮਤਲਬ ਤੁਹਾਡੇ ਇੰਪੈਕਟ ਕਰਦੀਆਂ ਨੇ। ਹੁਣ ਇਹ ਛੋਟੇ ਐਕਸਪੈਂਸ ਨੇ, ਜਦੋਂ ਬੰਦਾ ਉਹ ਕਰਨ ਲੱਗਦਾ ਤਾਂ ਬਹੁਤ ਬਣ ਜਾਂਦੇ ਨੇ ਐਂਡ ਤੇ ਜਾ ਕੇ। ਪਰ ਗੱਲ ਇੱਥੇ ਆ ਜਾਂਦੀ ਹੈ ਵੀ ਇਹਨੂੰ ਤੁਸੀਂ ਕਿਸੇ ਨਾ ਕਿਸੇ ਪ੍ਰੋਗਰਾਮ ਦੇ ਵਿੱਚ ਐਮਬੈਡ ਕਰ ਸਕਦੇ। ਜੇ ਕੁਐਸਚਨ ਆ ਤਾਂ ਆਨਸਰ ਹੈਗਾ ਹਾਂ। 2-3 ਮੇਜਰ ਪ੍ਰੋਗਰਾਮ ਨੇ ਜਿਨ੍ਹਾਂ ਦੇ ਵਿੱਚ ਇਹ ਚੀਜ਼ਾਂ ਸਾਰੀਆਂ ਐਮਬੈਡ ਹੋ ਜਾਂਦੀਆਂ ਤੇ ਪੇਡ ਹੋ ਜਾਂਦੀਆਂ, ਠੀਕ ਹੈ। ਉਦੋਂ ਬਾਅਦ ਤੁਹਾਡੀ ਐਨੂਅਲ ਸਬਸਕ੍ਰਿਪਸ਼ਨ ਰਹਿ ਜਾਂਦੀ ਹੈ, ਜਿਹੜੀ ਇੰਨੀ ਵੱਡੀ ਆਈਟਮ ਨਹੀਂ ਹੁੰਦੀ ਗੀ। $100-200 ਤੁਹਾਨੂੰ ਐਨੂਅਲ ਸਬਸਕ੍ਰਿਪਸ਼ਨ ਆਉਣ ਲੱਗੀ, ਉਹ ਬੰਦਾ ਈਜ਼ੀਲੀ ਮੈਨੇਜ ਕਰ ਸਕਦਾ। ਜਿਹੜੀ ਵਨ ਟਾਈਮ ਇਨੀਸ਼ੀਅਲ ਕਾਸਟ ਆ ਵੀ $3-4,000 ਜਿਹੜਾ ਲੱਗਦਾ ਜਾਂ ਜਿੰਨਾ ਵੀ ਲੱਗਦਾ, ਹਨਾ, ਉਹ ਹੋ ਜਾਂਦਾ ਕਈ ਵਾਰ ਵੀ ਛੋਟੀਆਂ ਚੀਜ਼ਾਂ ਨਾਲ ਬਹੁਤ ਪੈਸੇ ਬਣ ਜਾਂਦੇ ਆ, ਹਨਾ। ਸੋ ਇਹਨਾਂ ਚੀਜ਼ਾਂ ਦੇ ਆਪਾਂ ਨੂੰ ਹੁਣੇ ਧਿਆਨ ਦੇਣਾ ਚਾਹੀਦਾ। ਜੇ ਕਿਸੇ ਦਾ ਕੁਐਸਚਨ ਆ ਤੁਸੀਂ ਪੁੱਛੋ, ਹਨਾ, ਆਪਾਂ ਵੀ ਅਵੇਲੇਬਲ ਆ ਸਾਰਾ ਟਾਈਮ ਆਨਸਰ ਕਰਨ ਨੂੰ। ਬਹੁਤ ਥੋੜ੍ਹੀਆਂ ਇਰੀਗੇਸ਼ਨ ਕੰਪਨੀਆਂ ਨੇ ਜਿਹੜੀਆਂ ਇਹਨਾਂ ਚੀਜ਼ਾਂ ਤੇ ਫੋਕਸ ਕਰਦੀਆਂ, ਜਿਹੜੀਆਂ ਗਰੋਅਰਸ ਡਰਿਵਨ ਨੇ, ਨਹੀਂ ਆਪਣੇ ਬਿਜ਼ਨਸ ਡਰਿਵਨ ਨੇ। ਉਹਨਾਂ ਨੇ ਪੈਸੇ ਬਣਾਉਣੇ ਹੁੰਦੇ, ਵੱਧ ਤੋਂ ਵੱਧ ਪੈਸੇ ਕਿੱਥੇ ਬਣਦੇ ਆ। ਤੇ ਰਾਦਰ ਕੇ ਦੇਖਿਆ ਜਾਵੇ, ਮੈਂ ਇੱਕ ਮੀਟਿੰਗ 'ਚ ਗਿਆ, ਕਿਸੇ ਕੋਈ ਮੈਨੂੰ ਪ੍ਰੈਜੈਂਟੇਸ਼ਨ ਦੇ ਰਿਹਾ ਸੀਗਾ, ਹਨਾ, ਚਲੋ ਮੈਂ ਕੰਪਨੀ ਦਾ ਨਾਂ ਕੀ ਲੈਣਾ। ਉਹ ਕਹਿੰਦੇ ਵੀ ਐਂ ਕਰਕੇ ਵੀ ਹੈਗਾ, ਹਨਾ, ਸਾਰਾ ਆਹ ਗਰੋਅਰ ਦੀ ਰਿਟਰਨ, ਹਨਾ। ਮੈਂ ਕਿਹਾ ਵੀ ਮੈਂ ਜੇ ਗਰੋਅਰ ਆ ਵੀ ਠੀਕ ਆ, ਮੇਰੀ ਸੇਵਿੰਗ ਦਿਖਾਉਂਦੇ ਸੀਗੇ ਉਹ, ਹਨਾ, ਐਨਰਜੀ ਬਿੱਲ ਦੀ, ਤੇ ਵੀ 10% ਸੇਵਿੰਗ ਹੋਊਗੀ ਤੇ ਉਦੋਂ ਬਾਅਦ 'ਚ 10ਵੇਂ ਸਾਲ ਤੋਂ ਬਾਅਦ 'ਚ ਹੋਰ ਵੀ ਵੱਧ ਜਾਂਦੀ। ਤੇ ਮੇਰਾ ਜਾਣੀ ਕੁਐਸਚਨ ਇਹ ਸੀਗਾ ਵੀ ਮੈਂ ਕਿਹਾ ਵੀ ਓਕੇ, ਇਹਦਾ ਠੀਕ ਆ, ਪਰ ਮੈਂ ਐਂ ਨਹੀਂ ਕਰੂੰਗਾ, ਮੈਂ ਇਹਨੂੰ ਮਤਲਬ ਆਹ ਚੇਂਜਸ ਕਰੂੰਗਾ। ਚਲੋ ਆਪਾਂ ਡਿਟੇਲ 'ਚ ਨਾ ਜਾਈਏ। ਮੈਂ ਕਿਹਾ ਮੇਰੀ ਸੇਵਿੰਗ 25 ਤੋਂ 30% ਬਣ ਜਾਏ। ਉਹ ਕਹਿੰਦੇ ਫਿਰ ਸਾਨੂੰ ਉਹਦੇ 'ਚ ਪੈਸੇ ਨਹੀਂ ਬਣਨੇ, ਵੀ ਆਰ ਨੋਟ ਇੰਟਰਸਟਿਡ। ਗੱਲ ਆ ਪੈਸੇ ਉਹਨਾਂ ਨੇ ਬਣਾਉਣੇ ਆ। ਹਾਂ, ਸੋ ਸਾਰੇ ਬਿਜ਼ਨੈਸ ਜਿਹੜੇ ਆਏ ਆ ਉਹ ਐਂ ਰਨ ਕਰਦੇ ਨੇ, ਤੇ ਉਹ ਆਪਾਂ ਨੂੰ ਧਿਆਨ ਦੇਣਾ ਚਾਹੀਦਾ ਵੀ ਆਪਾਂ ਕਿਹਨਾਂ ਤੋਂ ਕੰਮ ਕਰਾਉਂਦੇ ਆ।
ਹਨਾ। ਜੇ ਕਿਸੇ ਦਾ ਕੋਈ ਕੁਐਸਚਨ ਆਪਾਂ ਵੀ ਦੱਸਦੇ ਹਾਂ, ਚਲੋ ਆਪਾਂ ਰეკਮੈਂਡੇਸ਼ਨ ਤਾਂ ਨਹੀਂ ਲੈਂਦੇ, ਬਟ ਘੱਟੋ-ਘੱਟ ਇਹ ਕਹਿ ਦਿੰਦੇ ਹਾਂ ਵੀ ਇਹਨਾਂ ਬੰਦਿਆਂ ਤੋਂ ਤੁਸੀਂ ਹਨਾ ਐਸਟੀਮੇਟ ਲੈ ਲਓ। ਤੇ ਕਰਵਾ ਜਾਂ ਜੇ ਸਕਦੇ। ਕਿਸੇ ਨੇ ਲਿਆ ਹੋਇਆ ਵੀ ਉਹ ਵੀ ਆਪਾਂ ਦੇਖ ਕੇ ਦੱਸ ਸਕਦੇ ਹਾਂ ਵੀ ਇਹ ਠੀਕ ਆ, ਨਹੀਂ ਠੀਕ ਆ, ਹਨਾ, ਸਾਰੀਆਂ ਚੀਜ਼ਾਂ। ਸੋ ਇਹ 3 ਦੇਖੋ ਹੁਣ ਆਪਾਂ 3 ਚੀਜ਼ਾਂ ਅੱਜ ਕਵਰ ਕਰ ਲਈਆਂ, ਮਿੱਟੀ, ਪਾਣੀ ਤੇ ਰੁੱਖ। ਹੂੰ। ਹਨਾ, ਤਿੰਨਾਂ ਦੇ ਹੀ ਬਹੁਤ ਆਪਸ਼ਨਸ ਨੇ ਤੁਹਾਡੀ ਇਨਪੁਟ ਘਟਾਉਣ ਲਈ, ਤੇ ਤਿੰਨਾਂ ਹੀ ਨੇ ਸਾਰੀਆਂ ਆਪਸ਼ਨਸ ਬਿਨਾਂ ਆਪਦੀ ਪਾਕਟ ਚੋਂ ਪੈਸੇ ਲਾ ਕੇ ਵੀ ਹੋ ਸਕਦੀ। ਸਹੀ ਹੈ। ਜੀ। ਸੋ ਬਿਲਕੁਲ ਸਮਾਂ ਵੀ ਆਪਣੇ ਪ੍ਰੋਗਰਾਮ ਦਾ ਜਿਹੜਾ ਉਹ ਸਮਾਪਤੀ ਦੇ ਅਖੀਰਲੇ ਕੁਛ ਮਿੰਟ ਬਚੇ ਆ, ਤੇ ਜਾਂਦੇ-ਜਾਂਦੇ ਅਰਸ਼ਦੀਪ ਸਿੰਘ ਥੋੜ੍ਹੀ ਜਿਹੀ ਰੁਝੇਵੇਂ ਦੱਸ ਦਿਓ ਅਖੀਰਲੇ 2-3 ਮਿੰਟਾਂ ਦੇ ਵਿੱਚ, ਸਿਟਰਸ ਦੀ ਫਾਰਮਿੰਗ ਨੂੰ ਲੈ ਕੇ ਇਸ ਟਾਈਮ ਕੀ ਚੱਲ ਰਿਹਾ? ਹੁਣ ਤਕਰੀਬਨ 1 ਮਹੀਨਾ ਹੀ ਹੋ ਗਿਆ, ਮੀਂਹ ਵਗੈਰਾ ਨਾ ਪੈਣ ਕਰਕੇ ਕੀ ਪਾਣੀ ਲਾਉਣਾ ਸ਼ੁਰੂ ਕਰਨਾ ਪੈ ਗਿਆ? ਨਹੀਂ, ਪਾਣੀ ਤਾਂ ਨਹੀਂ ਦੇਖੋ ਹਜੇ ਔਨ ਹੋਇਆਗਾ, ਕਿਉਂਕਿ ਹਜੇ ਮੋਇਸਚਰ ਬਹੁਤ ਆ ਹਨਾ ਸੋਇਲ ਦੇ ਵਿੱਚ, ਤੇ ਠੀਕ ਅਗਲੇ ਹੈ। ਹਫ਼ਤੇ ਉਹਨਾਂ ਦਾ ਮੀਂਹ ਦਿਖਾ ਰਹੇ ਨੇ ਥੋੜਾ ਜਿਹਾ, ਤੇ ਜੇ ਉਹ ਪੈ ਗਿਆ ਤਾਂ ਉਹਦੇ ਨਾਲ ਫਰਕ ਪੈ ਜਾਣਾ। ਰੁਝੇਵਿਆਂ ਦੇ ਪਾਸੇ ਦੇਖੋ ਵੀ ਜਿਹੜੀਆਂ ਤਾਂ ਅਰਲੀ ਤੇ ਮਿਡ ਵੈਰਾਈਟੀਜ਼ ਨੇ ਉਹ ਸਾਰੀਆਂ ਲਗਭਗ ਪਿਕ ਹੋ ਗਈਆਂ ਨੇ। ਹੁਣ ਮਿਡ ਟੂ ਲੇਟ ਵੈਰਾਈਟੀਜ਼ ਚੱਲ ਪੈਂਦੀਆਂ ਨੇ ਫਰਵਰੀ 'ਚ, ਤੇ ਜਿਵੇਂ ਟੈਂਜਰੀਨਸ, ਰੰਗ ਰੁੰਗ ਮਰਕੌਟਸ। ਸੋਹਣੇ ਆ ਗਏ, ਸਾਰਾ ਕੁਝ ਹੋ ਗਿਆ, ਮਿੱਠਾ ਮੁੱਠਾ ਪੈ ਗਿਆ? ਹਾਂ, ਨਹੀਂ ਉਹ ਤਾਂ ਹੁਣ ਨਿਬੜ ਗਿਆ ਕੰਮ, ਹੁਣ ਤਾਂ ਬਸ ਜਿਹੜੀ ਉਹ ਹਾਰਵੈਸਟ ਆ ਜ਼ਿਆਦੇ ਆਪਣੀ ਉਹ ਮਤਲਬ ਅਖੀਰਲੇ ਫੇਜ਼ਸ 'ਚ ਹੀ ਆ, ਮਾਰਚ ਐਂਡ ਤੱਕ ਤਾਂ ਕੰਪਲੀਟ ਹੀ ਹੋ ਜਾਂਦੀ ਲਗਭਗ ਸਾਰੀ ਮੈਂਡਰਿਨ ਫੈਮਿਲੀ ਦੀ। ਤੇ ਯੀਲਡ ਤੇ ਕਿੱਦਾਂ ਰਹੀ ਪਿਛਲੇ ਸਾਲ ਦੇ ਮੁਕਾਬਲੇ? ਯੀਲਡ ਜਿਹੜੀਆਂ ਲੇਟ ਵੈਰਾਈਟੀਜ਼ ਨੇ ਉਹਨਾਂ 'ਚ ਫਰੂਟ ਡ੍ਰੌਪ ਹੋਇਆ 15 ਤੋਂ 25% ਹਨਾ, ਤੇ ਹੋਪਫੁਲੀ ਪ੍ਰਾਈਸ ਥੋੜਾ ਜਿਹਾ ਬੈਟਰ ਹੋਊਗਾ, ਕੰਪਨਸੇਟ ਹੋ ਜਾਊਗਾ। ਤੇ ਬਟ ਆਲ ਅਕ੍ਰੋਸ ਦਾ ਬੋਰਡ ਹੈ, ਤੁਸੀਂ ਦੇਖੋਗੇ ਜੇ ਤੁਸੀਂ ਮੌਕਾ ਮਿਲਦਾ ਡਰਾਈਵ ਕਰਨ ਦਾ ਸਿਟਰਸ ਰੈਂਚਸ ਦੇ ਥਰੂ, ਜਿੰਨੀਆਂ ਵੀ ਹੁਣ ਵੈਰਾਈਟੀਆਂ ਲੱਗੀਆਂ ਨੇ ਬੇਸਿਕਲੀ ਉਹ ਥੱਲੇ ਡਿੱਗੀਆਂ ਹੋਈਆਂ ਨੇ ਟੈਂਗੋਜ਼ ਨੂੰ ਛੱਡ ਕੇ, ਜਿਹੜੇ ਜੈਨੇਟਿਕਲੀ ਥੋੜੇ ਜਿਹੇ ਚੇਂਜ ਨੇ, ਬਾਕੀ ਸਾਰੀਆਂ ਵੈਰਾਈਟੀਆਂ ਪੁਰਾਣੀਆਂ ਜਿਹੜੀਆਂ ਹਜੇ ਟਰੀ ਤੇ ਨੇ ਉਹ ਉਹਨਾਂ ਦਾ ਡ੍ਰੌਪ ਹੋਇਆ ਹੋਇਆ। ਓਕੇ, ਠੀਕ ਹੈ ਜੀ। ਜੀ। ਜੀ, ਕੋਈ ਸਪਰੇਅ ਵਗੈਰਾ ਕੋਈ ਕਰਨ ਦਾ ਕੋਈ ਵਕਤ, ਕੁਛ ਏਦਾਂ ਦੀ ਚੀਜ਼ ਕਰਨ ਵਾਲਾ ਹੈ ਕਿ ਨਹੀਂ? ਹੁਣ ਬਲੂਮ ਸਪਰੇ ਸ਼ੁਰੂ ਹੋ ਜਾਣੀ ਹੈ, ਫਰਵਰੀ ਆ ਗਈ ਆ, ਤੇ ਬਲੂਮ ਹੁਣ ਹੌਲੀ-ਹੌਲੀ ਨਿਕਲਣੀ ਸ਼ੁਰੂ ਹੋ ਜਾਣੀ ਹੈ ਸਾਰੇ 'ਚ ਹੀ ਹਨਾ। ਪਹਿਲਾਂ ਨਟਸ 'ਚ ਆ ਜਾਣੀ ਹੈ, ਤੇ ਉਦੋਂ ਬਾਅਦ 'ਚ ਫਿਰ ਅਸੀਂ ਸਿਟਰਸ 'ਚ ਸ਼ੁਰੂ ਕਰ ਲਾਂਗੇ ਅਗਲੇ ਮਹੀਨੇ। ਠੀਕ ਹੈ ਜੀ। ਤੇ ਇਹ ਚੀਜ਼ਾਂ ਚੱਲ ਰਹੀਆਂ ਨੇ ਹੁਣ ਜੇ ਦੇਖਿਆ ਜਾਵੇ। ਇੱਕ ਰਾਜਕਰਨ ਜੀ ਇੱਕ ਹੋਰ ਚੀਜ਼ ਕਹਿਣਾ ਚਾਹੁੰਦਾ ਮੈਂ, ਉਹ ਤਾਂ ਆਪਣੇ ਕੋਲ ਟਾਈਮ ਬਹੁਤ ਥੋੜਾ ਰਹਿ ਗਿਆ। ਇਹਦੂ ਬਿਨਾਂ ਵੀ ਕਈ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਤੁਸੀਂ ਆਪਦੇ ਖੇਤ ਦੀ ਜਿਹੜੀ ਇਨਪੁਟ ਕਾਸਟ ਘਟਾ ਸਕਦੇ ਆ, ਜਿਵੇਂ ਟਰੈਕਟਰ ਰਿਪਲੇਸਮੈਂਟ ਹੋ ਗਈ ਹਨਾ, ਤੇ ਨੈਵੀਗੇਟਰ ਹੋ ਗਏ, 에ਅਰਪੋਰਟ ਦੀਆਂ ਬਹੁਤ ਫੰਡਿੰਗਸ ਨੇ। ਜਿੰਨੇ ਵੀ ਕੋਸ਼ਿਸ਼ ਇਹੀ ਹੈ ਬੇਸਿਕਲੀ ਤੁਸੀਂ ਜਿਹੜੇ ਆਪਦੀ ਇਨਪੁਟ ਕਾਸਟ ਕੰਸਿਸਟੈਂਟਲੀ ਘਟਾਈ ਜਾਵੇ, ਹਰੇਕ ਸਾਲ ਦਾ ਸਾਲ ਘਟਦੀ ਜਾਣੀ ਚਾਹੀਦੀ ਹੈ, ਕਿਉਂਕਿ ਇਨਫਲੇਸ਼ਨ ਨਾਲ ਚੀਜ਼ਾਂ ਆਪਣੀ ਕਾਸਟ ਵੱਧਦੀ ਜਾਣੀ ਹੈ। ਸੋ ਜੇ ਓਵਰਆਲ ਕਾਂਸਟੈਂਟ ਵੀ ਰਹਿੰਦੀ ਹੈ ਤਾਂ ਵੀ ਦੈਟ ਮੀਨਸ ਯੂ ਆਰ ਡੂਇੰਗ ਗੁੱਡ। ਸਹੀ, ਸਹੀ, ਬਿਲਕੁਲ ਜੀ। ਬਹੁਤ ਧੰਨਵਾਦ, ਬੜੀ ਮਿਹਰਬਾਨੀ। ਮਿਲਦੇ ਹਾਂ ਫਿਰ ਅਗਲੀ ਵਾਰੀ ਅਰਸ਼ਦੀਪ ਸਿੰਘ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ।